ਸਮੂਹ ਦਰਸ਼ਕਾਂ ਦਾ ਪ੍ਰੋਗਰਾਮ ਆਵਾਜ਼ੇ ਪੰਜਾਬ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਸਾਡੀ ਸੋਚ ਸਮਝ ਤੇ ਚਿੰਤਨ ਦਾ ਇੱਕ ਮੁੱਖ ਆਧਾਰ ਉਹ ਹੈ ਪੁਸਤਕ, ਕਿਤਾਬ, ਬੁੱਕ ਜਾਂ ਜਿਸ ਤਰ੍ਹਾਂ ਵੀ ਅਸੀਂ ਉਸ ਦਾ ਨਾਂ ਲੈਂਦੇ ਹਾਂ। ਚਾਹੇ ਸਾਡੇ ਗ੍ਰੰਥ, ਸਾਡੇ ਰੂਹਾਨੀ ਸਾਹਿਤ ਦੇ ਵੱਖ-ਵੱਖ ਸਰੋਤ ਅਤੇ ਚਾਹੇ ਸਾਡੇ ਖੋਜ ਭਰਪੂਰ ਚਿੰਤਨ ਦੇ ਵਿਗਿਆਨਕ ਸੋਚਾਂ ਦੇ ਅਲੱਗ-ਅਲੱਗ ਹੋਰ ਵੱਖ-ਵੱਖ ਵੱਡ ਆਕਾਰੀ ਜਿਹੜੇ ਖੋਜ ਭਰਪੂਰ ਕਾਰਜ ਹਨ, ਡਿਕਸ਼ਨਰੀਆਂ ਹਨ ਜਾਂ ਕੁਝ ਵੀ ਹੈ। ਅਸੀਂ ਅੱਜ ਦੇ ਪ੍ਰੋਗਰਾਮ 'ਚ ਵਿਸ਼ੇਸ਼ ਗੱਲਬਾਤ ਕਰਾਂਗੇ ਕਿ ਇਸ ਰੁਚੀ ਨੂੰ ਕਾਇਮ ਕਿਵੇਂ ਰੱਖਿਆ ਜਾ ਸਕਦਾ ਹੈ, ਇਹ ਕਿਤਾਬ ਪੜ੍ਹਨ ਦੀ ਰੁਚੀ ਘੱਟ ਕਿਉਂ ਰਹੀ ਹੈ ਅਤੇ ਇਸ ਰੁਚੀ ਦੇ ਦੁਬਾਰਾ ਅਸੀਂ ਜੇ ਉਸ ਨੂੰ ਪੁਨਰ ਸੁਰਜੀਤੀ ਵੱਲ ਨੂੰ ਜਾਂਦੇ ਹਾਂ ਤਾਂ ਇਸ ਦਾ ਫਾਇਦਾ ਕੀ ਹੋਏਗਾ। ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਪਾਵਨ ਸ਼ਬਦ ਹੈ ਕਿ ਬਹੀਏ ਪੜ੍ਹਿਆਂ ਪਾਸ। ਜਦੋਂ ਬੈਠਣਾ ਵੀ ਹੈ ਉਹਨਾਂ ਲੋਕਾਂ ਕੋਲ ਬੈਠੋ ਜਿਹੜੇ ਗਿਆਨ ਦਾ ਸਰੋਤ ਲੈ ਕੇ ਗੱਲ ਕਰਦੇ ਨੇ, ਜਿਹੜੇ ਗਿਆਨ ਨੂੰ ਵਿਵੇਕ 'ਚ ਬਦਲਦੇ ਨੇ ਅਤੇ ਵਿਵੇਕ ਦੇ ਨਾਲ ਕੁਝ ਸਮਾਜਿਕ, ਸੱਭਿਆਚਾਰਕ, ਅਧਿਆਤਮਕ, ਰਾਜਨੀਤਿਕ ਹਰ ਪੱਖੋਂ ਸੇਧ ਦਿੰਦੇ ਨੇ। ਸੋ ਸਾਡੀ ਜ਼ਿੰਦਗੀ 'ਚ ਕਿਤਾਬ ਦਾ ਕੀ ਮਹੱਤਵ ਹੈ, ਇਸ ਵਿਸ਼ੇ 'ਤੇ ਗੱਲ ਕਰਨ ਲਈ ਖੁਦ ਅੰਗਰੇਜ਼ੀ ਦੇ ਵਿੱਚ ਅਤੇ ਨਾਲੋਂ ਨਾਲ ਪੰਜਾਬੀ 'ਚ ਲਗਾਤਾਰ ਲਿਖ ਰਹੇ ਪੱਤਰਕਾਰ ਸਾਡੇ ਭਾਈਚਾਰੇ ਦੇ ਨਾਲ ਹਸਤਾਖਰ ਗੁਰਪ੍ਰੀਤ ਸਿੰਘ ਜੀ ਸ਼ਾਮਲ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਗੁਰਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤੁਹਾਨੂੰ, ਤੁਹਾਡੇ ਦਰਸ਼ਕਾਂ ਨੂੰ ਜੀ ਅੰਤਰਰਾਸ਼ਟਰੀ ਕਿਤਾਬ ਦਿਹਾੜੇ ਤੇ ਢੇਰ ਸਾਰੀ ਮੁਬਾਰਕਬਾਦ। ਬਹੁਤ ਸ਼ੁਕਰੀਆ। ਔਰ ਮੈਂ ਤੁਹਾਨੂੰ ਇਸ ਗੱਲ ਹੀ ਵਧਾਈ ਦੇਣੀ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ, ਕਿਉਂਕਿ ਕਿਤਾਬ ਦਿਹਾੜਾ ਇਸੇ ਲਈ ਜਿਹੜਾ ਇਜਾਦ ਕੀਤਾ ਗਿਆ ਤਾਂ ਜੋ ਲੋਕਾਂ 'ਚ ਪੜ੍ਹਨ ਦੀ ਰੁਚੀ ਪੈਦਾ ਹੋਵੇ। ਬਿਲਕੁਲ। ਸੋ ਤੁਸੀਂ ਜਿਹੜਾ ਇਸ ਤਰੀਕੇ ਦੀ ਜਿਹੜੀ ਸੰਵਾਦ ਨੂੰ ਮੰਚ ਮੁਹੱਈਆ ਕੀਤਾ, ਇਹ ਪਾਠਕਾਂ 'ਚ ਰੁਚੀ ਜਿਹੜੀ ਹੈ ਪੜ੍ਹਨ ਦੀ ਵਧਾਊਗਾ, ਉਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਲਗਾਤਾਰ ਇਹਨਾਂ ਵਿਸ਼ਿਆਂ 'ਤੇ ਗੱਲ ਕਰਨੀ, ਖਾਸ ਤੌਰ 'ਤੇ ਕਿਤਾਬ ਦੇ ਬਾਰੇ, ਇਹ ਬੜੀ ਜ਼ਰੂਰੀ ਹੈ ਕਿਉਂਕਿ ਸਾਡੇ ਕੋਲ ਜਿਹੜਾ ਮੀਡੀਆ ਮੰਚ ਵੀ ਹੈ, ਇਹ ਵੀ ਅਸੀਂ ਗੱਲ ਤਾਂ ਹੀ ਕੋਈ ਸਾਰਥਕ ਕਰ ਸਕਦੇ ਹਾਂ ਜੇਕਰ ਕਿਤਾਬਾਂ ਪੜ੍ਹੀਆਂ ਹੋਣਗੀਆਂ। ਕਈ ਵਾਰ ਅਸੀਂ ਪੜ੍ਹਨ ਦੇ ਵੱਲ ਸਮਾਂ ਘੱਟ ਕਰਦੇ ਹਾਂ ਅਤੇ ਉਹਦੇ ਨਾਲ ਨਤੀਜਾ ਇਹ ਹੁੰਦਾ ਕਿ ਸਾਨੂੰ ਗਿਆਨ ਘੱਟ ਹੁੰਦਾ ਅਤੇ ਕੱਚੀਆਂ ਗੱਲਾਂ ਅਸੀਂ ਕਰਕੇ ਚਲੇ ਜਾਂਦੇ ਹਾਂ। ਬਲਕਿ ਮੈਂ ਤਾਂ ਕਈ ਵਾਰੀ ਸੋਚਦਾ ਜਿਹੜਾ ਲੇਖਕ ਵੀ ਹੈ, ਲੇਖਕ ਬਣਨ ਤੋਂ ਪਹਿਲਾਂ ਉਹਨੂੰ ਘੱਟੋ ਘੱਟ ਦਰਜਨਾਂ ਨਹੀਂ ਬਲਕਿ ਸੈਂਕੜੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਨਾ ਕਿ ਤਜਰਬਾ ਉੱਥੇ ਸ਼ੁਰੂ ਕਰਨਾ ਚਾਹੀਦਾ ਕਿ ਪਹਿਲਾਂ ਲਿਖ ਲਾਂ ਅਤੇ ਫਿਰ ਮੈਂ ਪੜ੍ਹਾਂ। ਦੇਖੋ, ਮੈਂ ਮਹਿਸੂਸ ਕਰਦਾ, ਮੈਂ ਆਪਣੇ ਤਜਰਬੇ ਤੋਂ ਗੱਲ ਕਰ ਰਿਹਾ, ਤੁਸੀਂ ਵੀ ਇਸ ਗੱਲ ਨੂੰ ਸ਼ਾਇਦ ਮਹਿਸੂਸ ਕਰੋਗੇ ਕਿ ਤੁਸੀਂ ਵੀ ਲਿਖਦੇ ਵੀ ਹੋ, ਪੜ੍ਹਦੇ ਵੀ, ਤੁਹਾਨੂੰ ਪੜ੍ਹਨ ਦੀ ਰੁਚੀ ਵੀ ਹੈ ਕਿ ਜੇ ਤੁਸੀਂ ਚੰਗੇ ਲਿਖਾਰੀ ਬਣਨਾ, ਜੇ ਚਾਹੁੰਦੇ ਤੁਹਾਡੀ ਕਲਮ ਤਿੱਖੀ ਹੋਵੇ ਤਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਬਿਲਕੁਲ। ਬਿਨਾਂ ਪੜ੍ਹਿਆਂ ਤੁਸੀਂ ਚੰਗੇ ਲਿਖਾਰੀ ਬਣ ਨਹੀਂ ਸਕਦੇ, ਇਹ ਗੱਲ ਪੱਕੀ ਹੈ। ਜੀ। ਲੇਖਕ ਉਹੀ ਵਧੀਆ ਜਿਹੜਾ ਵੱਧ ਤੋਂ ਵੱਧ ਪੜ੍ਹਦਾ ਹੋਵੇ। ਜੀ। ਲਿਖੇ ਬੇਸ਼ੱਕ ਘੱਟ, ਪੜ੍ਹੇ ਵੱਧ। ਬਹੁਤ ਖੂਬ। ਮੈਂ ਉਹਨੂੰ ਚੰਗਾ ਲਿਖਿਆ ਮੰਨਦਾ ਔਰ ਉਹਨਾਂ ਦੀ ਲਿਖਤਾਂ 'ਚ ਤੁਹਾਨੂੰ ਪਤਾ ਲੱਗਦਾ ਕਿ ਇਸ ਵਿਅਕਤੀ ਨੇ ਡੂੰਘਾਈ ਤੱਕ ਜਾ ਕੇ ਕਿੰਨੀਆਂ ਗੱਲਾਂ ਦਾ ਅਧਿਐਨ ਕੀਤਾ। ਜੀ ਜੀ ਜੀ। ਕਿਤਾਬਾਂ ਤਾਂ ਉਸਨੇ ਪੜ੍ਹੀਆਂ ਹੀ ਹੁੰਦੀਆਂ, ਜ਼ਿੰਦਗੀ ਦੀ ਕਿਤਾਬ ਵੀ ਪੜ੍ਹੀ ਹੁੰਦੀ ਹੈ। ਜਦੋਂ ਕਲਮ ਬੰਦ ਉਹ ਕਰਦਾ ਜਾਂ ਕਰਦੀ ਹੈ ਕੋਈ ਵੀ ਲੇਖਕ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਸ ਵਿਅਕਤੀ ਨੇ ਕਿੰਨੀ ਡੂੰਘਾਈ ਤੱਕ ਕਿਸੇ ਮੁੱਦੇ ਨੂੰ ਸਮਝਿਆ। ਜਦੋਂ ਕਿ ਇਹ ਲਿਖਣ ਦਾ ਜਿਹੜਾ ਕਾਰਜ ਹੈ ਉਸ ਨੂੰ ਪੜ੍ਹਨ ਦੀ ਮਹੱਤਤਾ ਦੇ ਨਾਲ ਜੋੜ ਕੇ ਤਾਂ ਵੀ ਦੇਖ ਸਕਦੇ ਹਾਂ ਕਿਉਂਕਿ ਉਹਦੇ ਨਾਲ ਤੁਹਾਡੇ ਕੋਲ ਵੱਖ-ਵੱਖ ਪਹਿਲੂ ਆਉਣਗੇ। ਬਿਲਕੁਲ। ਤੁਹਾਡਾ ਦਾਇਰਾ ਖੁੱਲ੍ਹਾ ਹੋਏਗਾ, ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਸ ਤੋਂ ਅੱਗੇ ਕਿੰਨੀਆਂ ਗੱਲਾਂ ਪਹਿਲਾਂ ਕਹੀਆਂ ਜਾ ਚੁੱਕੀਆਂ। ਬਿਲਕੁਲ। ਤੁਹਾਡਾ ਦ੍ਰਿਸ਼ਟੀਕੋਣ ਵੀ ਵਿਸ਼ਾਲ, ਹਾਂਜੀ, ਵਿਸ਼ਾਲ ਹੋਏਗਾ। ਲਿਖਣਾ ਜਿਹੜਾ ਹੈ ਉਹਦੇ ਬਾਰੇ ਕਿਸੇ ਸ਼ਾਇਰ ਨੇ ਬੜਾ ਕਮਾਲ ਦਾ ਕਿਹਾ ਕਿ ਆਪਣਾ ਸਿਰ ਕਲਮ ਕਰਨਾ, ਲਿਖਣ ਬਹਿਣਾ ਮੌਤ ਹੈ। ਜੇਕਰ ਸਰਕਾਰੀ ਲੇਖਕ ਨਹੀਂ ਬਣਨਾ, ਲੋਕਾਂ ਦੇ ਲੇਖਕ ਬਣਨਾ। ਕੀ ਬਾਤ। ਆਪਣਾ ਸਿਰ ਕਲਮ ਕਰਨਾ, ਲਿਖਣ ਬਹਿਣਾ ਮੌਤ ਹੈ। ਹਰ ਸ਼ਬਦ ਦੇ ਜਨਮ ਦੀ ਪੀੜਾ ਨੂੰ ਸਹਿਣਾ ਮੌਤ ਹੈ। ਕਦਰਦਾਨੋ ਸ਼ੇਰ ਦੀ ਕੁਝ ਕਦਰ ਪਾਉਣੀ ਸਿੱਖ ਲਓ। ਸ਼ੇਰ ਸੁਣਨਾ ਜ਼ਿੰਦਗੀ ਹੈ, ਸ਼ਾਇਰ ਕਹਾਉਣਾ ਮੌਤ ਹੈ। ਬਹੁਤ ਅੱਛੇ, ਬਹੁਤ ਅੱਛੇ, ਕਮਾਲ ਦਾ ਸ਼ੇਰ ਜੀ। ਜਦੋਂ ਅਸੀਂ ਇਹਨਾਂ ਕਿਤਾਬਾਂ ਦੀ ਗੱਲ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ, ਇੱਕ ਗੱਲ ਇਸ ਤੋਂ ਪਹਿਲਾਂ ਕਿ ਕਿਤਾਬ ਦਿਵਸ 'ਤੇ ਇਹਨਾਂ ਕਿਤਾਬਾਂ ਦੇ ਵਿੱਚ ਬਹੁਤ ਵਧੀਆ ਖੂਬਸੂਰਤ ਚਿੰਤਨ ਵਾਲੀਆਂ ਕਿਤਾਬਾਂ ਸਾਡੇ ਕੋਲ ਨੇ ਜਿਨ੍ਹਾਂ ਦੀ ਗੱਲ ਕਰਾਂਗੇ। ਇੱਕ ਗੱਲ ਹੈ ਕਿ ਕਿਤਾਬ ਪੜ੍ਹਨ ਦੀ ਰੁਚੀ ਸਾਡੀ ਕਮਿਊਨਿਟੀ 'ਚ ਖਾਸ ਤੌਰ 'ਤੇ ਅਸੀਂ ਜਦੋਂ ਸ਼ਬਦ ਦੇ ਉਪਾਸ਼ਕ ਜਿਨ੍ਹਾਂ ਨੂੰ ਕਹਿੰਦੇ ਹਾਂ, ਅਸੀਂ ਤਾਂ ਵੈਸੇ ਕਮਾਲ ਦੀ ਗੱਲ ਹੈ ਜਦੋਂ ਮੈਂ ਇਹ ਸੋਚਦਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਐਡੀ ਕਮਾਲ ਦੀ ਸੋਚ ਦਿੱਤੀ ਕਿ ਤੁਸੀਂ ਤਾਂ ਪੜ੍ਹਨਾ ਹੀ ਹੈ। ਤੁਹਾਡੇ ਕੋਲ ਸ਼ਬਦ ਨੂੰ ਲੈ ਕੇ, ਉਹ ਤੋਂ ਸੇਧ ਲੈ ਕੇ ਪੜ੍ਹ ਕੇ ਫਿਰ ਸੋਚੋ। ਪਰ ਸਾਡੇ 'ਚ ਹੀ ਰੁਚੀ ਘੱਟ ਰਹੀ ਹੈ, ਇਹ ਸਭ ਤੋਂ ਮਾੜੀ ਗੱਲ ਹੈ। ਕੋਈ ਸ਼ਬਦ ਗੁਰੂ ਦੀ ਇੱਕ ਬੜੀ ਖੂਬਸੂਰਤ ਕਹਾਣੀ ਮੈਂ ਦੱਸਣੀ ਚਾਹੁੰਦਾ ਜੀ। ਇਹ ਹੈ ਸੋਹਣ ਸਿੰਘ ਭਕਨੇ ਬਾਰੇ। ਹਾਂਜੀ। ਗਦਰ ਪਾਰਟੀ ਦੇ ਨਾਇਕ, ਗਦਰ ਪਾਰਟੀ ਦੇ ਬਾਨੀਆਂ ਵਿੱਚੋਂ ਇੱਕ ਤੇ ਪਹਿਲੇ ਪ੍ਰਧਾਨ ਜੀ। ਹਾਲਾਂਕਿ ਉਹ ਵੈਸੇ ਨਾਸਤਿਕ ਸੀਗੇ ਜੀ, ਪਰ ਉਹਨਾਂ ਨੇ ਜਿਹੜਾ ਸਿੱਖੀ 'ਚੋਂ ਜੋ ਚੰਗਾ ਉਹਨਾਂ ਨੂੰ ਮਿਲਿਆ ਉਸ ਨੂੰ ਵੀ ਉਹਨਾਂ ਨੇ ਸਵੀਕਾਰਿਆ ਜੀ। ਉਹਨਾਂ ਦੀ ਇੱਕ ਕਹਾਣੀ ਸੁਣਦੇ ਹਾਂ ਅਸੀਂ। ਕੀ ਹੋਇਆ ਕਿ ਇੱਕ ਵਾਰੀ ਉਹਨਾਂ ਦੇ ਸਮਿਆਂ ਦੇ ਵਿੱਚ ਕੋਈ ਪਿੰਡ 'ਚ ਕੋਈ ਝਗੜਾ ਪੈ ਗਿਆ। ਹਾਂਜੀ। ਕਿ ਜਿਹੜੇ ਕੋਈ ਗੁਰਧਾਮ ਸੀਗਾ
ਜਿਹੜੇ ਸੀਗੇ ਹਿੰਦੂ ਭਾਈਚਾਰੇ ਦੇ ਉਸ ਅੜੇ ਸੀਗੇ ਇੱਥੇ ਗੁਰਦੁਆਰਾ ਨਹੀਂ ਸਾਡਾ ਮੰਦਿਰ ਜਾਂ ਕੋਈ ਮੱਠ ਆ ਤੇ ਜਿਹੜੇ ਸਿੱਖ ਸੀਗੇ ਉਹਨਾਂ ਨੇ ਕਿਹਾ ਕਿ ਨਹੀਂ ਸਾਡਾ ਗੁਰੂ ਘਰ ਆ ਤੇ ਭਕਨਾ ਸਾਹਿਬ ਨੂੰ ਬੁਲਾਇਆ ਗਿਆ ਪੁੱਛਣ ਲਈ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਉਂਕਿ ਗ੍ਰੰਥ ਸਾਹਿਬ ਤੇ ਮੂਰਤੀ ਦੀ ਤੁਲਨਾ ਕਰ ਰਹੇ ਸੀ ਕਿ ਉਹ ਕਹਿ ਰਹੇ ਸੀ ਵੀ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਸੀ ਕਹਿੰਦੇ ਗ੍ਰੰਥ ਸਾਹਿਬ ਵੀ ਮੂਰਤੀ ਵਰਗੀ ਹੈ ਗ੍ਰੰਥ ਸਾਹਿਬ ਵੀ ਮੂਰਤੀ ਵਰਗਾ ਹੈ ਮਾਫ ਕਰਨਾ ਤੇ ਉਹਨਾਂ ਨੇ ਇਹ ਕਲੈਰੀਫਾਈ ਕੀਤਾ ਸੋਹਣ ਸਿੰਘ ਭਕਨਾ ਨੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਜੋ ਸ਼ਬਦ ਗੁਰੂ ਅਸੀਂ ਉਸ ਨੂੰ ਮੱਥਾ ਟੇਕਦੇ ਇਹ ਦਲੀਲ ਉਹਨਾਂ ਨੇ ਦਿੱਤੀ ਸੀ ਉਹ ਦਲੀਲ ਨੂੰ ਮੰਨੇ ਚਾਹੇ ਨਾ ਮੰਨੇ ਪਰ ਜਿਹੜੀ ਗੱਲ ਉਹਨਾਂ ਨੇ ਕਹਿਣੀ ਸੀ ਉਹ ਕਹਿ ਗਏ ਉਸ ਗੱਲ ਦੀ ਸਾਰਥਕਤਾ ਨੂੰ ਤੁਸੀਂ ਬਿਹਤਰ ਸਮਝ ਸਕਦੇ ਹੋ ਸੋ ਸ਼ਬਦ ਗੁਰੂ ਦੀ ਜਿਹੜੀ ਮਹੱਤਤਾ ਹੈ ਉਸ ਦੀ ਵਿਸ਼ੇਸ਼ਤਾ ਉਹ ਸਾਡੇ ਭਾਈਚਾਰੇ ਲਈ ਬਹੁਤ ਖਾਸ ਅਹਿਮੀਅਤ ਰੱਖਦੀ ਹੈ ਸੋ ਉਸ ਭਾਈਚਾਰੇ ਦੀ ਵਧੇਰੇ ਜ਼ਿੰਮੇਵਾਰੀ ਬਣਦੀ ਕਿਤਾਬਾਂ ਨਾਲ ਪਿਆਰ ਕਰਨ ਸੱਚੇ ਗੁਰਪ੍ਰੀਤ ਸਿੰਘ ਜੀ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਾਂ ਅਸੀਂ ਖੁਦ ਵੀ ਬਹੁਤਾ ਸਮਾਂ ਜਿਹੜਾ ਆਪਣਾ ਹੋਰ ਜਿਹੜੇ ਅਲੱਗ-ਅਲੱਗ ਪੱਖਾਂ 'ਤੇ ਲਾ ਦਿੰਦੇ ਹਾਂ ਈਵਨ ਪਦਾਰਥਵਾਦੀ ਯੁੱਗ ਹੈ ਪਦਾਰਥਵਾਦੀ ਯੁੱਗ ਦੇ ਵਿੱਚ ਕਈ ਵਾਰ ਬੰਦਾ ਇਹ ਸੋਚਦਾ ਕਿ ਮੈਂ ਆਪਣੀ ਧਨ ਦੌਲਤ ਸ਼ੋਹਰਤ ਵੱਲ ਜਾਵਾਂ ਪਰ ਸਮਾਂ ਕੱਢ ਕੇ ਪੜ੍ਹਨਾ ਤੇ ਉਹ ਵੀ ਜਿਸ ਕੌਮ ਨੂੰ ਇਹ ਸੇਧ ਜਿਹੜੀ ਸ਼ਬਦ ਗੁਰੂ ਦੀ ਮਿਲੀ ਹੈ ਉਸ ਲਈ ਬੜਾ ਜ਼ਰੂਰੀ ਹੈ ਤੁਸੀਂ ਦੇਖੋ ਕਿ ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚੋਂ ਬਲਕਿ ਉਸ ਵੇਲੇ ਕੌਮਾਂ ਜਾਤਾਂ ਰੰਗਾਂ ਨਸਲਾਂ ਫਿਰਕਿਆਂ ਸਾਰਿਆਂ ਦੇ ਵਿੱਚੋਂ ਚੋਣਵੇਂ ਸੁਲਝੇ ਵਿਵੇਕੀ ਲੋਕ ਜਿਨ੍ਹਾਂ ਨੇ ਲਿਖਿਆ ਵੀ ਤੇ ਜਿਨ੍ਹਾਂ ਨੇ ਕਮਾਇਆ ਵੀ ਤੇ ਲੋਕਾਂ ਲਈ ਖੜੇ ਵੀ ਉਹਨਾਂ ਨੂੰ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਤਾ ਇੱਕ ਜਗ੍ਹਾ 'ਤੇ ਬਿਠਾਤਾ ਕਿ ਹੁਣ ਤੁਹਾਨੂੰ ਕਿਤੇ ਲੱਭਣ ਦੀ ਲੋੜ ਨਹੀਂ ਤੁਸੀਂ ਇੱਥੇ ਆ ਜਾਓ ਆ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਜਾਓ ਤੇ ਦੇਖੋ ਜੋ ਮਰਜ਼ੀ ਹਾਸਲ ਕਰ ਲਓ ਇਸ ਗੱਲ ਨੂੰ ਅਸੀਂ ਕਈ ਵਾਰੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਾਂ ਕਿ ਦੱਖਣੀ ਭਾਰਤ ਦੇ ਵਿੱਚ ਭਗਤ ਨਾਮਦੇਵ ਜੀ ਦੇ ਜਾਂ ਮੱਧ ਭਾਰਤ ਦੇ ਵਿੱਚ ਕਬੀਰ ਜੀ ਦੇ ਜਾਂ ਭਗਤ ਰਵਿਦਾਸ ਜੀ ਦੇ ਜਾਂ ਤੁਸੀਂ ਭਗਤ ਤਰਲੋਚਨ ਜੀ ਦੇਖੋ ਜਾਂ ਹੋਰ ਅਨੇਕਾਂ ਉਹਨਾਂ ਦੇ ਬਹੁਤੇ ਪਾਸ਼ਕਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਮੁਰਸ਼ਿਦਾਂ ਦੀ ਜਿਹੜੀ ਰਚਨਾ ਹੈ ਉਹ ਇੱਥੇ ਪਈ ਹੈ ਤੇ ਇੰਨਾ ਰੋਜ਼ ਸਵੇਰੇ ਉੱਠ ਕੇ ਉਸ ਨੂੰ ਜਾਪ ਕਰਦੇ ਆ ਉਸ ਨੂੰ ਧਿਆਉਂਦੇ ਆ ਤੇ ਫਿਰ ਉਸ ਤੋਂ ਸਿੱਧ ਲੈਂਦੇ ਆ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵੱਖਰੇ ਵੱਖਰੇ ਤੁਸੀਂ ਜਿਵੇਂ ਜ਼ਿਕਰ ਕੀਤਾ ਭਗਤਾਂ ਦਾ ਉਹਨਾਂ ਦੀ ਬਾਣੀ ਜਿਹੜੀ ਦਰਜ ਹੋਈ ਹੈ ਉਹ ਆਪਣੇ ਆਪ 'ਚ ਬਹੁਤ ਇੱਕ ਵਧੀਆ ਮਿਸਾਲ ਹੈ ਹੁਣ ਕਬੀਰ ਨੂੰ ਅੱਜ ਵੀ ਲੋਕੀ ਯਾਦ ਕਰਦੇ ਕਿਉਂਕਿ ਕਬੀਰ ਲੋਕਾਂ ਦੇ ਹੱਕ 'ਚ ਭੁਗਤਿਆ ਲੋਕਾਂ ਦੇ ਹੱਕ 'ਚ ਨਹੀਂ ਭੁਗਤਿਆ ਲੋਕਾਂ ਦੇ ਹੱਕ 'ਚ ਭੁਗਤਿਆ ਗੁਰੂ ਨਾਨਕ ਸਾਹਿਬ ਨੇ ਬਾਕੀਆਂ ਨੇ ਵੀ ਇਸੇ ਕਰਕੇ ਉਸ ਦੀ ਬਾਣੀ ਨੂੰ ਮਹਾਨ ਬਾਣੀ ਨੂੰ ਆਪਣੇ ਬਾਣੀ 'ਚ ਥਾਂ ਦਿੱਤੀ ਹੈ ਜੋ ਤੂੰ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ ਬਿਲਕੁਲ ਇਸ ਤੋਂ ਇਲਾਵਾ ਸੂਰਾ ਸੋ ਪਹਿਚਾਣੀਏ ਜਿਹਨੂੰ ਅੱਜ ਵੀ ਲੋਕ ਜਦੋਂ ਵੀ ਲਰੇ ਦਿਨ ਕੇ ਹੇਤ ਪੁਰਜਾ ਕੱਟ ਮਰੇ ਕਬੂ ਨ ਛੱਡੇ ਖੇਤ ਸੋ ਕਬੀਰ ਜੀ ਦੀ ਬਾਣੀ ਸੋ ਅੱਜ ਵੀ ਪ੍ਰਸੰਗਕ ਹੈ ਜਦੋਂ ਲੋਕ ਮਤਲਬ ਡਕਰੇ ਹੋਣ ਲਈ ਤਿਆਰ ਨੇ ਸਟੇਟ ਨਾਲ ਲੜਦੇ ਆ ਤਾਂ ਉੱਥੇ ਉਸ ਦੀ ਖੂਬੀ ਜਿਹੜੀ ਉਸ ਨੂੰ ਘਟਾ ਕੇ ਨਹੀਂ ਦੇਖ ਸਕਦੇ ਕਬੀਰ ਜੀ ਦਾ ਜਿਹੜਾ ਸ਼ਲੋਕ ਜਾਂ ਉਹਨਾਂ ਦੇ ਸ਼ਲੋਕ ਜਿਹੜੇ ਗ੍ਰੰਥ ਸਾਹਿਬ 'ਚ ਸ਼ਾਮਿਲ ਕੀਤੇ ਜਾਣੇ ਉਸ ਦੀ ਇਸ ਖਾਸੀਅਤ ਨੂੰ ਸਮਝਣਾ ਬਹੁਤ ਜ਼ਰੂਰੀ ਬਾਅਦ 'ਚ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਕੀ ਕਾਸ਼ੀ ਤੇ ਜ਼ੋਰ ਦਿੱਤਾ ਬਿਲਕੁਲ ਜਾਂ ਜਿਹੜੇ ਵਧੀਆ ਚੋਣਵੇਂ ਕਵੀ ਆਪਣੇ ਨਾਲ ਰੱਖੇ ਸੋ ਕਿਧਰੇ ਨਾ ਕਿਧਰੇ ਉਹ ਇੱਕ ਲਗਾਤਾਰਤਾ ਬਣੀ ਰਹੀ ਕਿ ਪੜ੍ਹਾਈ ਲਿਖਾਈ ਕਿੰਨੀ ਜ਼ਰੂਰੀ ਹੈ ਕਿਤਾਬਾਂ ਨਾਲ ਪਿਆਰ ਕਿੰਨਾ ਲਾਜ਼ਮੀ ਹੈ ਪਰ ਅਫਸੋਸ ਕਿ ਜਿਵੇਂ ਤੁਸੀਂ ਆਫ ਏਅਰ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਦੋਂ ਕਿਸੇ ਨੇ ਇੰਡੀਆ ਤੋਂ ਆਉਣਾ ਹੁੰਦਾ ਕਿਤਾਬਾਂ ਦਾ ਭਾਰ ਵਾਧੂ ਲੱਗਦਾ ਲੋਕਾਂ ਨੂੰ ਇਸ 'ਚ ਕੋਈ ਸ਼ੱਕ ਨਹੀਂ ਕਿਤਾਬਾਂ ਦਾ ਭਾਰ ਹੁੰਦਾ ਵੀ ਵਾਧੂ ਹੈ ਕਿਉਂਕਿ ਕਾਗਜ਼ ਦਾ ਆਪਣਾ ਭਾਰ ਆ ਜਿਲਦ ਦਾ ਆਪਣਾ ਭਾਰ ਹੋ ਸਕਦਾ ਪਰ ਤਰਜੀਹ ਜਿਹੜੀ ਹੈ ਕਿਤਾਬਾਂ ਦੀ ਥਾਂ ਤੇ ਬਾਕੀ ਵਸਤੂਆਂ ਨੂੰ ਜ਼ਿਆਦਾ ਦਿੱਤੀ ਜਾਂਦੀ ਬਿਲਕੁਲ ਸੱਚਾਈ ਹੈ ਪਿੰਨੀਆਂ ਮੰਗਾਉਣੀਆਂ ਹੋਣ ਗੁੜ ਮੰਗਾਉਣਾ ਹੋਵੇ ਘਿਓ ਮੰਗਾਉਣਾ ਹੋਵੇ ਇੱਥੋਂ ਤੱਕ ਕਿ ਜਿਹੜਾ ਸਜਾਵਟ ਦਾ ਸਮਾਨ ਉਹਦੇ ਲਈ ਤਾਂ ਲੋਕ ਤਿਆਰ ਨੇ ਪਰ ਕਿਤਾਬਾਂ ਨੂੰ ਵੇਖ ਕੇ ਨੱਕ ਮੂੰਹ ਚੜ੍ਹਦੇ ਇਹ ਹੱਡਬੀਤੀ ਮੈਂ ਦੇਖਦਾ ਮੈਂ ਇੱਕ ਵਾਰ ਜਦੋਂ ਆ ਰਿਹਾ ਸੀ ਪੰਜਾਬ ਤੋਂ ਇੱਧਰ ਕੈਨੇਡਾ ਤੇ ਉਸ ਵੇਲੇ ਸਮਾਨ ਕਾਫੀ ਸਾਰਿਆਂ ਦੇ ਕੋਲ ਵੱਡੇ ਅਟੈਚੀ ਸੀ ਤੇ ਉਹ ਇੱਕ ਦਾ ਭਾਰ ਵੱਧ ਗਿਆ ਹੁਣ ਉਹ ਦ੍ਰਿਸ਼ ਬੜਾ ਕਮਾਲ ਦਾ ਸੀ ਕਿ ਉਹ ਕਹਿੰਦੇ ਵੀ ਸਮਾਨ ਵੱਧ ਗਿਆ ਤੇ ਹੁਣ ਕੱਢੋ ਸਮਾਨ ਕੱਢਣ ਦੇ ਵੇਲੇ ਕੀ ਫੈਸਲਾ ਹੁੰਦਾ ਇੱਕ ਬੰਦੇ ਨੇ ਥੋੜ੍ਹਾ ਬਹੁਤਾ ਕਿਤਾਬਾਂ ਰੱਖੀਆਂ ਸੀ ਬਾਕੀ ਹੋਰ ਸਾਰਾ ਸਮਾਨ ਸੀ ਉਹ ਘਰ ਦੇ ਵੀ ਖੜੇ ਆ ਉਹ ਖੜਾ ਤੇ ਫੈਸਲਾ ਇਹ ਹੁੰਦਾ ਵੀ ਚਲੋ ਕੁਛ ਨਾ ਕੁਛ ਜਿਹੜਾ ਕੱਢਣਾ ਤੇ ਉਹ ਕਹਿੰਦਾ ਵੀ ਆਹ ਕੱਪੜੇ ਲੀੜੇ ਦੇਖੋ 20 ਸੂਟ ਤੁਸੀਂ ਇੱਕੋ ਤਰ੍ਹਾਂ ਦੇ ਸਮਾ ਕੇ ਲਿਆਂਦੇ ਆ ਵੀ ਮੇਰੀਆਂ 2-3 ਕਿਤਾਬਾਂ ਹੈਗੀਆਂ ਕਹਿੰਦੇ ਆਹ ਕੀ ਕਰਨੀਆਂ ਇਹ ਕੀ ਕਰਨੀਆਂ ਇਹਨਾਂ ਨੂੰ ਕੱਢ ਦੇ ਐਵੇਂ ਭਾਰ ਚੱਕਿਆ ਆਹ ਜਿਹੜੇ ਕੱਪੜੇ ਆ ਇਹ ਨਹੀਂ ਅਸੀਂ ਕੱਢਣੇ ਉਹ ਮੈਂ ਜਦੋਂ ਦ੍ਰਿਸ਼ ਦੇਖਿਆ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਆਹ ਚੀਜ਼ ਪਹਿਲੀ ਗੱਲ ਤਾਂ ਇਹ ਪਤਾ ਨਹੀਂ ਕਿੰਨੀ ਮੁਸ਼ਕਿਲ ਨਾਲ ਵਿਚਾਰੇ ਨੇ ਪਾਈਆਂ ਹੋਣੀਆਂ ਪਾਉਣ ਵੇਲੇ ਵੀ ਲੜਾਈ ਹੋਈ ਹੋਣੀ ਆ ਤੇ ਹੁਣ ਜੇ ਭਾਰ ਵੱਧ ਗਿਆ ਤੇ ਹੁਣ ਕੱਢਣ ਵੇਲੇ ਵੀ ਤੇ ਫਿਰ ਇਹ ਵੀ ਸਮੱਸਿਆ ਘਰੇ ਇੱਥੇ ਆ ਜਾਂਦੇ ਆ ਤੇ ਫਿਰ ਰੱਖਣ ਦੀ ਵੀ ਸਮੱਸਿਆ ਆਉਂਦੀ ਆ ਮਹਿੰਗਾ ਸਮਾਨ ਖਰੀਦ ਕੇ ਸ਼ੈਲਫਾਂ ਦੇ ਵਿੱਚ 100 200 ਡਾਲਰ ਦਾ ਸਜਾਵਟੀ ਜਿਹੜਾ ਕਿ ਨਿਰਾ ਪੱਥਰ ਹੈ ਨਿਰੀ ਮਿੱਟੀ ਹੈ ਜਿਹਨੇ ਕੋਈ ਦੇਣਾ ਨਹੀਂ ਸੇਧ ਉਹ ਐਨ ਸਜਾ ਕੇ ਰੱਖਿਆ ਹੁੰਦਾ ਜੇਕਰ ਕੋਈ ਕਿਤਾਬ ਹੋ ਉੱਥੇ ਕੋਈ ਰੱਖ ਲਓ ਇਹਨੂੰ ਪਰੇ
ਪਰ ਇਹ ਰੱਖ ਇੱਥੇ ਕਾਹਦੇ ਵਾਸਤੇ ਰੱਖੀ ਆ? ਬਿਲਕੁਲ। ਘਰਾਂ ਦੇ ਵਿੱਚ 12, ਹਰ ਘਰ ਦੇ ਵਿੱਚ ਤੀਜੇ ਘਰ 'ਚ, ਪੰਜਵੇਂ ਘਰ 'ਚ ਮਿਲਦੀ ਆ, ਪਰ ਲਾਇਬ੍ਰੇਰੀਆਂ ਕਿਤੇ ਨਹੀਂ ਮਿਲਦੀਆਂ ਜਾਂ ਵਿਰਲਿਆਂ 'ਚ ਮਿਲਦੀਆਂ। ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਕੋਸ਼ਿਸ਼ ਵੀ ਕਰਦਾ ਤਾਂ ਉਸ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਇਹਦਾ ਕਾਰਨ ਇਹੀ ਹੈ ਕਿ ਸਾਡੇ ਕੋਲ ਗਿਆਨ ਤਾਂ ਇੰਨਾ ਪਿਆ, ਪਰ ਸਾਨੂੰ ਉਹਦੀ ਕਦਰ ਹੈ ਨਹੀਂ। ਖੁਸ਼ਵੰਤ ਸਿੰਘ ਨੇ ਬੜੇ ਖੂਬਸੂਰਤ ਢੰਗ ਨਾਲ ਕਿਹਾ ਕਿ ਕਿਸੇ ਮੁਲਕ ਦੀ ਤਰੱਕੀ ਨੂੰ ਸਮਝ ਨਾ ਹੋਵੇ, ਉਸਦਾ ਮਾਪਦੰਡ ਹੈ ਕਿ ਉੱਥੇ ਕਿੰਨੀਆਂ ਲਾਇਬ੍ਰੇਰੀਆਂ ਤੇ ਕਿੰਨੇ ਹਸਪਤਾਲ ਨੇ। ਲਾਇਬ੍ਰੇਰੀਆਂ ਤੇ ਜ਼ੋਰ ਦਿੱਤਾ ਉਸਨੇ, ਬਜਾਏ ਕਿ ਅਸੀਂ ਇਹ ਵੇਖੀਏ ਕਿ ਕਿੰਨੇ ਗੁਰਦੁਆਰੇ ਆ, ਕਿੰਨੇ ਮੰਦਿਰ ਆ, ਕਿੰਨੀਆਂ ਮਸੀਤਾਂ ਨੇ। ਸੋ ਮਤਲਬ ਜ਼ੋਰ ਇਸ ਗੱਲ ਤੇ ਦਿਓ, ਤਰੱਕੀ ਦਾ ਇਹੀ ਬਿੰਬ ਹੈ ਕਿ ਲੋਕਾਂ ਨੂੰ ਪੜ੍ਹਨ ਦੀ ਰੁਚੀ ਹੋਵੇ ਤੇ ਉਹਨਾਂ ਲਈ ਕੋਈ ਇਸ ਤਰ੍ਹਾਂ ਦੇ ਜਿਹੜੇ ਪੁਸਤਕ ਘਰਾਂ ਦਾ ਪ੍ਰਬੰਧ ਹੋਵੇ। ਸੋ ਮੈਂ ਜਦੋਂ ਪੁਸਤਕ ਦਿਵਸ ਦੀ ਗੱਲ ਕਰਦਾ, ਜਿਵੇਂ ਵੱਖ-ਵੱਖ ਵਿਸ਼ਿਆਂ ਤੇ ਵਾਰਤਕ ਵੀ, ਕਾਵਕ ਵੀ, ਆਲੋਚਨਾਤਮਕ ਵੀ, ਜਾਂ ਪੱਤਰਕਾਰੀ ਦੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਬਹੁਤ ਸਾਰੀਆਂ ਕਿਤਾਬਾਂ ਨੇ। ਉਹਨਾਂ ਦੇ ਵਿੱਚੋਂ ਐਸੀਆਂ ਕਿਤਾਬਾਂ ਜਿਹੜੀਆਂ ਸਦਾ ਬਹਾਰੀ ਨੇ, ਕੁਝ ਕਿਤਾਬਾਂ ਇਹ ਸਮੇਂ ਦੇ ਹਾਲਾਤ ਨੂੰ ਬਿਆਨ ਕਰਦੀਆਂ ਨੇ। ਸਾਨੂੰ ਸਾਰਿਆਂ ਨੂੰ ਪੜ੍ਹਨ ਦੇ ਵਾਸਤੇ ਯਤਨ ਕਰਨਾ ਚਾਹੀਦਾ। ਸੋ ਗੱਲ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਤੁਸੀਂ ਹੁਣ ਕਿਤਾਬਾਂ ਦੇ ਜਦੋਂ ਇਹਨਾਂ ਦੌਰ ਦੇ ਵਿੱਚ ਪੜ੍ਹਨ ਦਾ ਆਪਣਾ ਸਿਲਸਿਲਾ ਜਾਰੀ ਰੱਖਿਆ, ਅੱਜ ਕਿਤਾਬ ਦਿਵਸ 'ਤੇ ਅਸੀਂ ਕੁਝ ਨਾ ਕੁਝ ਕਿਤਾਬਾਂ ਦੀ ਸਾਂਝ ਵੀ ਪਾਈਏ, ਦੱਸੀਏ ਵੀ, ਅਤੇ ਜਿਹੜੀਆਂ ਆਪ ਪੜ੍ਹਦੇ ਹਾਂ ਜਾਂ ਪੜ੍ਹ ਰਹੇ ਹਾਂ ਉਹਨਾਂ ਦੇ ਬਾਰੇ ਜਾਣਕਾਰੀ ਦੇਈਏ। ਬਿਲਕੁਲ, ਮੈਂ ਇਹ ਕਹਿਣਾ ਚਾਹੂੰਗਾ ਕਿ ਪਹਿਲੀ ਗੱਲ ਜਿਹੜਾ ਅੰਤਰਰਾਸ਼ਟਰੀ ਕਿਤਾਬ ਦਿਹਾੜਾ, ਹਾਂਜੀ, ਉਸ ਦੀ ਸਥਾਪਨਾ 1995 'ਚ ਹੋਈ ਤੇ ਇੱਕ ਬੜਾ ਇੰਟਰਸਟਿੰਗ ਸਬਬ ਹੈ। ਹਾਂਜੀ, 23 ਅਪ੍ਰੈਲ ਨੂੰ ਜਦੋਂ ਜਿਹੜੀ ਤਰੀਕ ਮੁਕਰਰ ਹੋਈ ਹੈ, ਉਸ ਦਾ ਵੀ ਇੱਕ ਇਤਿਹਾਸ ਹੈ। ਹਾਂਜੀ, ਵਿਲੀਅਮ ਸ਼ੇਕਸਪੀਅਰ ਦੀ ਜਿਹੜੀ ਮੌਤ 23 ਅਪ੍ਰੈਲ ਨੂੰ ਹੋਈ ਸੀ, ਸੋ ਉਸ ਦੀ ਬਰਸੀ ਨੂੰ ਸਮਰਪਿਤ ਸੀ। ਇਸ ਤੋਂ ਇਲਾਵਾ ਉਹਨਾਂ ਨੇ ਵੇਖਿਆ, ਜਿਨ੍ਹਾਂ ਨੇ ਦਿਨ ਮੁਕਰਰ ਕੀਤਾ ਯੂਨੈਸਕੋ ਵਾਲਿਆਂ ਨੇ, ਕੁਝ ਹੋਰ ਵੀ ਚੋਟੀ ਦੇ ਜਿਹੜੇ ਲੇਖਕ ਉਸ ਟਾਈਮ ਪੀਰੀਅਡ ਦੇ ਵਿੱਚ ਗੁਜ਼ਰ ਚੁੱਕੇ ਸੀ ਜਾਂ ਉਹਨਾਂ ਦਾ ਜਨਮ ਹੋਏ ਸੀ, ਸੋ ਡੇਟਾ ਅੱਗੜ ਪਿਛੜ ਉਹਨਾਂ ਨੇ ਵੇਖ ਕੇ 23 ਅਪ੍ਰੈਲ ਦਾ ਦਿਨ ਇਸ ਕਰਕੇ ਮੁਕਰਰ ਕੀਤਾ। ਬਿਲਕੁਲ। ਸੋ ਸ਼ੇਕਸਪੀਅਰ ਨੂੰ ਤਾਂ ਜ਼ਰੂਰ ਪੜ੍ਹਨਾ ਚਾਹੀਦਾ ਲੋਕਾਂ ਨੂੰ। ਵੈਸੇ ਸ਼ੇਕਸਪੀਅਰ ਦੀਆਂ ਕਿਤਾਬਾਂ ਮੇਰਾ ਖਿਆਲ ਆਡੀਓ ਵੀ ਉਪਲਬਧ ਨੇ ਇਸ ਵੇਲੇ, ਜੇ ਤੁਸੀਂ ਨਹੀਂ ਕਿਤਾਬ ਦੂਜੀ ਪੜ੍ਹਨੀ ਆਡੀਓ ਲੈ ਲਓ। ਵੈਸੇ ਦਿਲਚਸਪ ਗੱਲ ਇਹ ਵੀ ਹੋਈ ਹੈ ਕਿ ਪਿਛਲੇ ਕੁਝ ਸਾਲ ਪਹਿਲਾਂ ਹੈਦਰ ਨਾਂ ਦੀ ਇੱਕ ਫਿਲਮ ਆਈ ਸੀ ਜਿਹੜੀ ਕਸ਼ਮੀਰ ਬਾਰੇ ਸੀ। ਅੱਛਾ। ਪਰ ਉਹ ਫਿਲਮ ਦੀ ਜਿਹੜੀ ਕਹਾਣੀ ਸੀ ਮੂਲ ਰੂਪ 'ਚ, ਹਾਂਜੀ, ਉਹ ਜਿਹੜਾ ਸ਼ੇਕਸਪੀਅਰ ਦਾ ਚਰਚਿਤ ਨਾਵਲ ਹੈ ਹੈਮਲੈਟ, ਉਸ 'ਤੇ ਆਧਾਰਿਤ ਸੀ। ਉਸ ਨੂੰ ਉਹਨਾਂ ਨੇ ਅਡੈਪਟ ਕਰਕੇ ਕਸ਼ਮੀਰ ਦੀ ਸਟੋਰੀ ਨਾਲ ਉਹਨਾਂ ਨੇ ਇਸ਼ੂ ਨਾਲ ਮੇਲ ਕੇ ਉਸ ਫਿਲਮ ਤਿਆਰ ਕੀਤੀ। ਜੀ ਜੀ। ਸੋ ਉਹ ਜ਼ਰੂਰ ਵੇਖੋ, ਜੇ ਤੁਸੀਂ ਹੈਮਲੈਟ ਨਹੀਂ ਪੜ੍ਹਨਾ ਚਾਹੁੰਦੇ ਜਾਂ ਤੁਹਾਨੂੰ ਪੜ੍ਹਨ ਦੀ ਉਨੀ ਰੁਚੀ ਨਹੀਂ ਹੈ, ਹਾਂਜੀ, ਤਾਂ ਸਿਰਫ ਤੁਸੀਂ ਜੇ ਮੂੰਹ ਮਾਰਨਾ ਚਾਹੁੰਦੇ ਹੋ, ਉਸ ਤੋਂ ਬਾਅਦ ਚਸਕਾ ਪੈਦਾ ਕਰਨਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਹੈਦਰ ਫਿਲਮ ਦੇਖੋ, ਨਾਲੇ ਕਸ਼ਮੀਰ ਦੀ ਕੌੜੀ ਹਕੀਕਤ ਤੁਹਾਡੇ ਸਾਹਮਣੇ ਹੋਏਗੀ, ਨਾਲੇ ਤੁਹਾਨੂੰ ਸ਼ੇਕਸਪੀਅਰ ਦੇ ਨਾਵਲ ਬਾਰੇ ਇੱਕ ਮੋਟਾ ਜਿਹਾ ਗਿਆਨ ਤੁਹਾਡੇ ਮਿਲੂਗਾ। ਬਿਲਕੁਲ। ਫਿਰ ਸ਼ਾਇਦ ਤੁਹਾਡੇ 'ਚ ਰੁਚੀ ਪੈਦਾ ਹੋਵੇ ਕਿ ਸ਼ੇਕਸਪੀਅਰ ਦਾ ਨਾਵਲ ਪੜ੍ਹਾਂ। ਇੱਕ ਪੜ੍ਹੋਗੇ, ਦੂਜੇ ਵੀ ਪੜ੍ਹੋਗੇ, ਔਰ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨਾਵਲਾਂ ਦੇ ਪੰਜਾਬੀ 'ਚ ਅਨੁਵਾਦ ਵੀ ਹੋਏ ਨੇ। ਸੋ ਇਹ ਸਾਰਾ ਕੁਝ ਜਿਹੜਾ ਹੈ ਮੈਂ ਸ਼ੁਰੂ ਵਿੱਚ ਤਾਂ ਇੱਥੋਂ ਰਿਕਮੈਂਡ ਕਰਾਂਗਾ। ਜੀ ਜੀ। ਪਰ ਜਿਹੜੀ ਜ਼ੋਰ ਦੇਣ ਵਾਲੀ ਗੱਲ ਅੱਜ ਦੀ ਤਰੀਕ, ਹਾਂਜੀ ਹਾਂਜੀ, ਕੋਵਿਡ-19 ਦਾ ਸੰਕਟ ਚੱਲ ਰਿਹਾ, ਹਾਂਜੀ, ਉਸ ਤੋਂ ਬਾਅਦ ਅਸੀਂ ਵੇਖਿਆ ਕਿਵੇਂ ਵੱਡੇ ਕਾਰਪੋਰੇਟ ਜਿਹੜੇ ਨੇ ਜਾਂ ਵੱਡੀਆਂ ਤਾਕਤਾਂ ਨੇ ਗਿਰਜਾਂ ਬਣ ਕੇ ਉਹਨਾਂ ਨੇ ਇਸ 'ਚੋਂ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਲਈ ਜਿਹੜੇ ਲੋਕ ਮਰ ਗਏ ਨੇ, ਜੀ, ਉਹਨਾਂ ਜਿਹੜੀਆਂ ਮ੍ਰਿਤਕ ਜਿਹੜੇ ਜਿਹਨੂੰ ਕਹਿੰਦੇ ਨਾ ਕਿ ਉਹ ਮੁਰਦੇ ਜਿਨ੍ਹਾਂ ਦੇ ਅੱਗੇ ਪਿੱਛੇ ਉੱਤੇ ਗਿਰਜਾਂ ਮੰਡਰਾਉਂਦੀਆਂ ਨੇ, ਉਹ ਇੱਦਾਂ ਉਹਨਾਂ ਨੂੰ ਟਰੀਟ ਕਰਦੇ, ਇੱਦਾਂ ਸਮਝਦੇ ਇਸ 'ਚੋਂ ਫਾਇਦਾ ਕਿਵੇਂ ਲਿਆ ਜਾਏ। ਬਿਲਕੁਲ। ਇਸ ਗੱਲ ਨੂੰ ਬਹੁਤ ਚੰਗੇ ਤਰੀਕੇ ਨਾਲ ਕੈਨੇਡਾ ਦੀ ਬਹੁਤ ਵੱਡੀ ਲੇਖਕ ਹੈ ਨਿਓਮੀ ਕਲੈਨ, ਹਾਂਜੀ ਹਾਂਜੀ, ਉਸਨੇ ਆਪਣੀ ਚਰਚਿਤ ਪੁਸਤਕ ਦ ਸ਼ੌਕ ਡਾਕਟਰਿਨ 'ਚ ਸਮਝਾਇਆ। ਅੱਜ ਦੇ ਦਿਨ ਮੈਂ ਬੇਨਤੀ ਕਰੂੰਗਾ ਕਿ ਦ ਸ਼ੌਕ ਡਾਕਟਰਿਨ ਸਕਰੀਨ ਤੇ ਸਾਡੇ ਜਿਹੜੇ ਪ੍ਰਬੰਧਕ ਵਿਖਾਉਣਗੇ ਤੁਹਾਨੂੰ, ਜਿਹੜੀ 2007 'ਚ ਪ੍ਰਕਾਸ਼ਿਤ ਹੋਈ, ਉਹ ਕਿਤਾਬ ਲੋਕੀ ਜ਼ਰੂਰ ਲੈ ਕੇ ਪੜ੍ਹਨ, ਉਸ ਤੋਂ ਗਿਆਨ ਹਾਸਿਲ ਕਰਨ। ਔਰ ਤੁਸੀਂ ਤੁਹਾਡੇ ਕੋਲ ਵੇਖ ਰਹੇ ਪੰਜਾਬੀ ਅਨੁਵਾਦ ਵੀ ਹੈ, ਪੰਜਾਬੀ 'ਚ ਅਨੁਵਾਦ ਹੈ ਜੀ ਇਹ ਕਿਤਾਬ ਦਾ। ਸਦਮਾ ਸਿਧਾਂਤ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਿਓਮੀ ਕਲੇਨ ਨੇ ਇਹ ਬੜੀ ਖੋਜ ਭਰਪੂਰ ਇਹ ਕਿਤਾਬ ਲਿਖੀ ਹੈ, ਅਤੇ ਇਸ ਕਿਤਾਬ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ, ਅੱਜ ਦੇ ਸਮੇਂ ਨੂੰ ਜਦੋਂ ਅਸੀਂ ਇਹਦੀ ਰੌਸ਼ਨੀ 'ਚ ਪੜ੍ਹਦੇ ਹਾਂ ਤਾਂ ਸਾਡੇ ਅੱਗੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਆਈ ਜਾਂਦੇ ਨੇ। ਬਿਲਕੁਲ ਆਉਂਦੇ ਨੇ। ਜੋ ਅਸੀਂ ਵੇਖ ਰਹੇ ਕਿ ਅਮਰੀਕਾ 'ਚ ਕੀ ਹੋ ਰਿਹਾ, ਕਿ ਕਿਵੇਂ ਟਰੰਪ ਇਸ ਦਾ ਫਾਇਦਾ ਚੁੱਕ ਰਿਹਾ। ਜੀ ਜੀ। ਹੁਣ ਉਹ ਇਮੀਗ੍ਰੇਸ਼ਨ ਬੰਦ ਕਰਨ ਦੀ ਗੱਲ ਕਰ ਰਿਹਾ। ਬਿਲਕੁਲ ਠੀਕ ਹੈ। ਭਾਰਤ ਵਿੱਚ ਅਸੀਂ ਵੇਖਿਆ ਕਿ ਇਸ ਦਾ ਫਾਇਦਾ ਚੁੱਕਦਿਆਂ ਹੋਇਆਂ ਕਿਸ ਤਰ੍ਹਾਂ ਸ਼ਾਹੀਨ ਬਾਗ ਦਾ ਜਿਹੜਾ ਮੋਰਚਾ ਉਸ ਨੂੰ ਨਿਸਤੋ ਨਾਬੂਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਤਲਬ ਫਾਇਦਾ ਕਿਵੇਂ ਚੁੱਕ ਰਹੀਆਂ ਵੱਡੀਆਂ ਤਾਕਤਾਂ, ਗਿਰਜਾਂ ਬਣ ਕੇ ਬੈਠੀਆਂ। ਸੋ ਇਸ ਗੱਲ ਨੂੰ ਨਿਓਮੀ ਕਲੈਨ ਨੇ ਬਹੁਤ ਪਹਿਲਾਂ ਤਾੜ ਲਿਆ ਸੀ, ਤੇ 2007 ਵਿੱਚ ਜਦੋਂ ਕਿਤਾਬ ਲਿਖੀ ਤਾਂ 9/11 ਵੇਲੇ ਕੀ ਹੋਇਆ, ਸੁਨਾਮੀ ਵੇਲੇ ਕੀ ਹੋਇਆ, ਵੱਡੇ ਵੱਡੇ ਸੰਕਟ ਕਰੋਪੀਆਂ ਆਏ ਤੇ ਕਿਸ ਤਰ੍ਹਾਂ ਉਹਦਾ ਫਾਇਦਾ ਚੁੱਕਿਆ ਗਿਆ, ਉਸ ਨੂੰ ਉਸਨੇ ਬੇਪਰਦ ਕੀਤਾ। ਸੋ ਅੱਜ ਵੀ ਜੋ ਅਸੀਂ ਵੇਖ ਰਹੇ ਹਾਂ ਕੋਵਿਡ-19 ਦੇ ਮੱਦੇਨਜ਼ਰ ਤੁਸੀਂ ਘਰਾਂ 'ਚ ਬੈਠੇ ਹੋ, ਜੀ ਜੀ, ਤੇ ਤੁਸੀਂ ਇਹ ਮੌਕਾ ਆ ਕਿਤਾਬ ਪੜ੍ਹੋ, ਔਰ ਇਹ ਕਿਤਾਬ ਮੇਰਾ ਖਿਆਲ PDF 'ਤੇ ਵੀ ਉਪਲਬਧ ਹੈ। ਬਿਲਕੁਲ ਜੀ, ਸਾਡੇ ਕੋਲ ਵੀ ਹੈ, ਬਲਕਿ ਅਸੀਂ ਪਿਛਲੇ ਦਿਨਾਂ 'ਚ ਜਦੋਂ ਜ਼ਿਕਰ ਕੀਤਾ ਮੈਨੂੰ ਲੱਗਦਾ ਬਹੁਤ ਸਾਰੇ ਸਾਡੇ ਦਰਸ਼ਕ ਵੀ, ਸਾਡੇ ਸਰੋਤੇ ਜਿਹੜੇ ਆ, ਉਹਨਾਂ ਨੇ ਇਸ ਨੂੰ ਪੜ੍ਹਿਆ ਵੀ। ਪੰਜਾਬੀ 'ਚ ਬਹੁਤ ਸੋਹਣਾ ਅਨੁਵਾਦ ਕੀਤਾ ਗਿਆ। ਸਦਮਾ ਸਿਧਾਂਤ, ਤਬਾਹੀ ਪਸੰਦ
ਸਰਮਾਏਦਾਰੀ ਦਾ ਉਭਾਰ। ਬਿਲਕੁਲ। ਸੋ ਇਹਦੇ ਵਿੱਚ ਬੂਟਾ ਸਿੰਘ ਗੁਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਨੂੰ ਅਨੁਵਾਦਿਤ ਕੀਤਾ। ਬੜੀ ਮਿਹਨਤ ਕੀਤੀ ਹੈ, ਇਹ ਮਿਹਨਤ ਅਜਾਈ ਨਾ ਜਾਏ, ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਇਹ ਕਿਤਾਬ ਦੀ ਜਿਹੜੀ ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਅਸੀਂ ਇਹਦਾ ਜ਼ਿਕਰ ਕਰੀਏ। ਵੈਸੇ ਜਦੋਂ ਬੂਟਾ ਸਿੰਘ ਜੀ ਇੱਥੇ ਆਏ ਸੀਗੇ ਜੀ ਤਾਂ ਉਹਨਾਂ ਦੀ ਨਿਯੋਮੀ ਕਲੈਨ ਨਾਲ ਬੜੀ ਨਿੱਘੀ ਮੁਲਾਕਾਤ ਹੋਈ ਸੀ ਜੀ, ਔਰ ਇਹੀ ਪੰਜਾਬੀ ਦੀ ਜਿਹੜੀ ਅਨੁਵਾਦਿਤ ਕਾਪੀ ਉਹਨਾਂ ਨੇ ਨਿਯੋਮੀ ਕਲੈਨ ਨੂੰ ਭੇਟ ਵੀ ਕੀਤੀ ਜੀ ਜੀ, ਉਸਨੇ ਵੀ ਬੜੇ ਪਿਆਰ ਨਾਲ ਉਸ ਨੂੰ ਕਬੂਲਿਆ। ਸਾਡੇ ਲਈ ਇਹ ਵੀ ਬਹੁਤ ਵਧੀਆ ਇੱਕ ਮੌਕਾ ਸੀ। ਬੜਾ ਸੋਹਣੀ ਗੱਲ ਹੈ ਜੀ, ਖਾਸ ਕਰਕੇ ਜਿਸ ਤਰ੍ਹਾਂ ਇਹੋ ਜਿਹੇ ਜਿਹੜੇ ਲੇਖਕ ਆ ਸਾਡੇ ਜਾਂ ਜਿਹੜੇ ਸਮਾਂ ਕੱਢ ਕੇ ਅਨੁਵਾਦ ਕਰਦੇ ਆ ਉਹਨਾਂ ਦੀ ਬੜੀ ਵੱਡੀ ਦੇਣ ਹੁੰਦੀ ਹੈ। ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ, ਮੈਂ ਨਾਲੋਂ ਨਾਲ ਇਹ ਜਦੋਂ ਇਸ ਸੰਬੰਧ 'ਚ ਆਪਾਂ ਗੱਲ ਕਰਦੇ ਹਾਂ, ਸਾਡੇ ਕੋਲ ਇੱਕ ਕਿਤਾਬ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਕੈਨੇਡਾ ਦੇ ਗਦਰ ਇਤਿਹਾਸ ਬਾਰੇ, ਗਦਰ ਦੀ ਵਾਰਤਕ ਬਾਰੇ, ਗਦਰ ਦੀਆਂ ਲਿਖਤਾਂ ਬਾਰੇ ਮੋਟੀ ਰਚਨਾਵਾਂ ਜਿਹੜੀਆਂ ਸੰਕਲਿਤ ਕੀਤੀਆਂ ਜਦੋਂ ਗਦਰ ਅਖਬਾਰ ਚੱਲਿਆ, ਅਤੇ ਗਿਆਨੀ ਕੇਸਰ ਸਿੰਘ ਹੋਰਾਂ ਨੇ ਇਹ ਕਿਤਾਬ ਗਦਰ ਦਾ ਜਿਹੜਾ ਵਾਰਤਕ ਦਾ ਜਿਹੜਾ ਸਾਰਾ ਇਤਿਹਾਸ ਹੈ, ਗਦਰ ਦੀ ਵਾਰਤਕ ਅਤੇ ਗਦਰ ਦੀ ਕਵਿਤਾ, ਦੋ ਕਿਤਾਬਾਂ ਬੜੀਆਂ ਕਮਾਲ ਦੀਆਂ ਲਿਖੀਆਂ। ਇਹਨਾਂ ਨੂੰ ਸੰਪਾਦਿਤ ਕਿਰਪਾਲ ਸਿੰਘ ਕਸੇਲ ਹੋਰਾਂ ਨੇ ਜਾਂ ਕੁਝ ਹੋਰ ਸ਼ਖਸੀਅਤਾਂ ਨੇ ਕੀਤਾ। ਸੋ ਗੁਰਪ੍ਰੀਤ ਸਿੰਘ ਜੀ, ਜਦੋਂ ਅਸੀਂ ਇਹਨਾਂ ਨੂੰ ਪੜ੍ਹਦੇ ਹਾਂ, ਜਿਹੜਾ ਮਰਜ਼ੀ ਪੇਜ ਖੋਲ੍ਹ ਲਓ, ਪਤਾ ਲੱਗਦਾ ਕਿ ਗਦਰ ਅਖਬਾਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਸੋਹਣ ਸਿੰਘ ਭਕਨਾ, ਬਾਕੀ ਸ਼ਖਸੀਅਤਾਂ ਕੀ ਕੀ ਵਿਚਾਰ ਦਿੰਦੀਆਂ ਨੇ। ਹਰੇਕ ਵਿਚਾਰ ਜਿਹੜਾ ਹੈ ਅੱਜ ਵੀ ਜਦੋਂ ਅਸੀਂ ਜਾਤੀਵਾਦ ਦਾ ਜਿਹੜਾ ਹਾਲਾਤ ਨੇ, ਨਸਲਵਾਦ ਦਾ ਜਾਂ ਬਸਤੀਵਾਦ ਦਾ, ਜਾਂ ਉਸ ਵੇਲੇ ਜਿਹੜੇ ਜਦੋਂ ਅਸੀਂ ਆਜ਼ਾਦੀ ਦੀ ਲੋੜ ਦੀ ਗੱਲ ਕਰਦੇ ਹਾਂ ਤਾਂ ਹੂ ਬਹੂ ਜਿਹੜਾ ਇਹ ਸ਼ਬਦ ਹੈ ਉਹਨਾਂ ਨੇ ਜੋ ਲਿਖਿਆ, ਗੁਲਾਮ ਜਿਹੜਾ ਹੈ ਕਿਉਂ ਦੇਸ਼ ਨੂੰ ਬਣਾਇਆ ਗਿਆ, ਉਹਨਾਂ ਦੇ ਵਿੱਚ ਉਹਨਾਂ ਨੇ 5 ਜਿਹੜੇ ਜ਼ਲੀਲ ਜਿਹੜੇ ਕੰਮ ਕਰਨੇ ਪੈ ਰਹੇ ਆ ਇਸ ਵੇਲੇ, ਜਿਸ ਦੇ ਕਾਰਨ ਲੋਕ ਸਰਮਾਏਦਾਰੀ ਦੇ ਨਿਜ਼ਾਮ ਦੇ ਗੁਲਾਮ ਹੋਏ ਨੇ ਇੱਕ ਤਰ੍ਹਾਂ, ਕਿਉਂਕਿ ਉਹਨਾਂ ਨੂੰ ਖੇਤੀ ਤੋਂ ਵੀ, ਢੋਰ ਤੋਂ ਵੀ, ਮੰਡੀ ਤੋਂ ਵੀ, ਜਾਂ ਹੋਰ ਜਿਹੜੇ ਸਾਰੇ ਸੋਰਸਿਸ ਤੋਂ ਉਹਨਾਂ ਨੂੰ ਸਾਰਿਆਂ 'ਤੇ ਕਬਜ਼ਾ ਕਰਕੇ ਉਹਨਾਂ ਨੂੰ ਗੁਲਾਮ ਬਣਾਇਆ ਗਿਆ। ਜਾਂ ਜਿਸ ਕਿਸਮ ਦਾ ਉਸ ਵੇਲੇ ਅੰਗਰੇਜ਼ ਨੇ ਇੱਥੇ ਕੈਨੇਡਾ ਦੇ ਵਿੱਚ ਜਾਂ ਫਿਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਸਤੀ ਕਾਇਮ ਕੀਤੀ ਸੀ, ਉਸ ਵੇਲੇ ਜਿਹੜੇ ਹਾਲਾਤ ਸੀ ਅਤੇ ਜਿੰਨੀ ਮੁਕੰਮਲ ਆਜ਼ਾਦੀ ਦੀ ਗੱਲ ਕਰਦੇ ਸੀ, ਮੈਨੂੰ ਲੱਗਦਾ ਕਿ ਇਹ ਜਿਹੜੀ ਪੰਜਾਬੀ ਗਦਰ ਦੀ ਵਾਰਤਕ ਜਿਹੜੀ ਪੰਜਾਬੀ ਦੇ ਵਿੱਚ ਇੱਕ ਕਿਤਾਬ ਆ, ਇਹ ਬੜੀ ਪੜ੍ਹਨਯੋਗ ਹੈ। ਬਿਲਕੁਲ, ਉਹ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਇਸ ਕਿਤਾਬ ਦਾ ਜ਼ਿਕਰ ਕੀਤਾ ਗੁਰਵਿੰਦਰ ਸਿੰਘ ਜੀ। ਉਸ ਦੇ 2 ਵੱਡੇ ਕਾਰਨ ਨੇ। ਇੱਕ ਤਾਂ ਅਪ੍ਰੈਲ ਦਾ ਮਹੀਨਾ, ਜਦੋਂ ਅਸੀਂ ਅੰਤਰਰਾਸ਼ਟਰੀ ਕਿਤਾਬ ਦਿਹਾੜਾ ਮਨਾਉਂਦੇ ਹਾਂ 23 ਅਪ੍ਰੈਲ ਨੂੰ, ਇਹ 2 ਦਿਨ ਪਹਿਲਾਂ ਹੀ ਗਦਰ ਸਥਾਪਨਾ ਦਿਵਸ ਵੀ ਮਨਾਇਆ ਜਾਂਦਾ। ਬਿਲਕੁਲ, 21 ਅਪ੍ਰੈਲ ਨੂੰ। ਸਹੀ ਹੈ। ਸੋ ਅਪ੍ਰੈਲ ਦਾ ਮਹੀਨਾ ਲਾਜ਼ਮੀ, ਤੁਸੀਂ ਜਿਵੇਂ ਜ਼ਾਤ ਪਾਤ ਦਾ ਜ਼ਿਕਰ ਵੀ ਕੀਤਾ, ਹਾਂਜੀ, ਹੁਣ ਅਪ੍ਰੈਲ ਦਾ ਮਹੀਨਾ ਦਲਿਤ ਹਿਸਟਰੀ ਮੰਥ ਵਜੋਂ ਵੀ ਜਾਣਿਆ ਗਿਆ। ਹਾਂ, ਸੋ ਇਸ ਗਦਰ ਪਾਰਟੀ ਵਿੱਚ ਬਕਾਇਦਾ ਨਿਸ਼ਾਨਦੇਹੀ ਕਰਕੇ ਨਸਲਵਾਦ ਦੀ ਤੇ ਜ਼ਾਤ ਪਾਤ ਦੀ ਜਿਹੜੇ ਕੋਡ ਨੇ ਜੀ, ਜਿਹੜੇ ਸਮਾਜ ਵਿੱਚ ਬੜੇ, ਉਹਨਾਂ ਦਾ ਵਿਰੋਧ ਉਹਨਾਂ ਵੱਲੋਂ ਕੀਤਾ ਗਿਆ। ਸੋ ਮੈਂ ਬਹੁਤ ਖੁਸ਼ ਹਾਂ ਤੁਸੀਂ ਇਸ ਕਿਤਾਬ ਦਾ ਜ਼ਿਕਰ ਕੀਤਾ। ਬਹੁਤ ਸ਼ੁਕਰੀਆ ਜੀ। ਇਸ ਦੇ ਨਾਲ ਮਿਲਦੀਆਂ ਕਾਫੀ ਕਿਤਾਬਾਂ ਜਿਹੜੀਆਂ ਹਨ, ਜਿਨ੍ਹਾਂ ਦੇ ਵਿੱਚੋਂ ਗਿਆਨੀ ਕੇਸਰ ਸਿੰਘ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਮੈਨੂੰ ਲੱਗਦਾ ਕਿ ਨਾਵਲ ਚਾਹੇ ਭਾਈ ਮੇਵਾ ਸਿੰਘ ਹੋਰਾਂ 'ਤੇ ਹੈ, ਸਿੰਘ ਸਾਹਿਬ ਦੀ ਸ਼ਹਾਦਤ ਬਲਵੰਤ ਸਿੰਘ ਖੁਰਦਪੁਰ ਹੋਰਾਂ ਬਾਰੇ ਹੈ, ਜਾਂ ਫਿਰ ਭਾਈ ਭਾਗ ਸਿੰਘ ਬਦਨ ਸਿੰਘ ਬਾਰੇ ਨਾਵਲ ਹੈ, ਕਾਮਾਗਾਟਾ ਮਾਰੂ ਦੇ ਬਾਰੇ ਨਾਵਲ ਹੈ। ਫਿਰ ਉਹਨਾਂ ਨੇ ਗਦਾਰ ਇੱਕ ਨਾਵਲ ਲਿਖਿਆ, ਉਸ ਵੇਲੇ ਬੇਲਾ ਜਾਨ ਅਤੇ ਹੋਰ ਜਿਹੜੇ ਲੋਕ ਸਨ ਉਹਨਾਂ ਦੇ ਬਾਰੇ ਹੈ। ਫਿਰ ਉਸ ਤੋਂ ਬਾਅਦ ਜਿਹੜੇ ਮੌਜੂਦਾ ਹਾਲਾਤ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਪਹਿਲਾਂ, ਜਦੋਂ ਚਲਾਣੇ ਤੋਂ ਪਹਿਲਾਂ, ਉਹਨਾਂ ਨੇ ਕੁਝ ਨਾਵਲ ਲਿਖੇ, ਜਿਨ੍ਹਾਂ ਦੇ ਵਿੱਚ ਬੇਵਤਨੀ ਇੱਕ ਨਾਵਲ ਆ ਉਹਨਾਂ ਦਾ, ਕਿ ਭਾਰਤ ਪਾਕ ਦੀ ਵੰਡ ਜਿਹੜੀ ਹੋਈ ਹੈ ਸਰਹੱਦ ਤੋਂ ਕਿਸ ਤਰ੍ਹਾਂ, ਉਹਨਾਂ ਦੀਆਂ ਬੜੀਆਂ ਕਮਾਲ ਦੀਆਂ ਰਚਨਾਵਾਂ ਨੇ। ਉਹਨਾਂ ਨੇ ਕਾਲੇ ਗੋਰੇ ਭੂਰੇ ਸਭ ਦੀ ਇੱਕੋ ਬਾਣੀ, ਇੱਕ ਦੂਜੇ ਦੇ ਹਾਣੀ, ਫਿਰ ਅੱਗ ਦੀਆਂ ਕੌਣ ਲਾਟਾਂ ਕੌਣ ਮਿਲਾਏ, ਬੜਾ ਕਮਾਲ ਦਾ ਲਿਖਿਆ। ਦੁੱਧੀਆਂ ਨਾਲ ਪਲਮ ਦੇ ਬੱਚੇ ਜਿੰਦੇ ਕੌਣ ਜਲਾਏ, ਕਾਵਿ ਵੀ ਬੜੀ ਸੋਹਣੀ ਲਿਖਦੇ ਸੀ, ਕਵਿਤਾ। ਸੋ ਬੜੀ ਅੱਛੀ ਉਹਨਾਂ ਦੀ ਦੇਣ ਹੈ, ਬਹੁਤ ਵੱਡੀ। ਮੈਂ ਸੋਚਦਾ ਜਿਹੜਾ ਉਹਨਾਂ ਨੇ ਗਦਰੀਆਂ ਦੀ ਕਵਿਤਾਵਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਸੰਪਾਦਿਤ ਕੀਤਾ, ਉਹ ਕਮਾਲ ਦਾ ਕੰਮ ਸੀਗਾ। ਉਹਦਾ ਕਾਰਨ ਮੈਂ ਇਹ ਸਮਝਦਾ ਗੁਰਵਿੰਦਰ ਸਿੰਘ ਜੀ ਕਿ ਜਿਹੜੀਆਂ ਉਹ ਕਵਿਤਾਵਾਂ ਨੇ ਉਹ ਕਿਉਂ ਜ਼ਰੂਰੀ ਨੇ, ਕਿਉਂ ਇੰਪੋਰਟੈਂਟ ਨੇ। ਇੱਕ ਉਸਦਾ ਖਾਸ ਇੱਕ ਆਸਪੈਕਟ ਹੈ ਜਿਹਦੇ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਉਹਨੂੰ ਸਿਰਫ ਕਵਿਤਾਵਾਂ ਦੇ ਰੂਪ ਵਿੱਚ ਨਾ ਪੜ੍ਹਿਆ ਜਾਵੇ, ਉਹ ਇੱਕ ਪ੍ਰਾਇਮਰੀ ਡਾਕੂਮੈਂਟ ਆ, ਉਸ ਵੇਲੇ ਦਾ ਸਰੋਤ, ਜਿਹੜਾ ਜਿਹਨੂੰ ਅਸੀਂ ਕਹਿੰਦੇ ਮੌਲਿਕ ਦਸਤਾਵੇਜ਼। ਉਹਦੇ ਵਿੱਚ ਜਦੋਂ ਤੁਸੀਂ ਪੂਰੀਆਂ ਕਵਿਤਾਵਾਂ ਪੜ੍ਹਦੇ ਹੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੀ, ਤੇ ਤੁਹਾਡੇ ਸਾਹਮਣੇ ਇੱਕ ਗਦਰ ਪਾਰਟੀ ਦਾ ਇਤਿਹਾਸ ਪੂਰੇ ਦਾ ਪੂਰਾ ਉਹਨਾਂ ਨੇ ਚਿੱਤਰ ਦਿੱਤਾ ਹੋਇਆ ਜੀ। ਜਿਹਨੂੰ ਤੁਸੀਂ ਸਰਲ ਰੂਪ ਵਿੱਚ ਸਮਝਣਾ ਹੋਵੇ, ਤੁਹਾਨੂੰ ਗਦਰ ਪਾਰਟੀ ਦੀ ਜਿਹੜੀ ਜਦੋਂ ਸ਼ੁਰੂ ਹੁੰਦੀ ਹੈ, ਇੱਥੋਂ ਤੱਕ ਕਿ 1857 ਦੇ ਗਦਰ ਦੇ ਬਾਰੇ ਵੀ ਕਵਿਤਾ ਹੈ। ਹਾਂਜੀ, ਤੇ ਅਗਾਂਹ ਜਾ ਕੇ ਜੋ ਬਣਿਆ ਉਹਦੇ ਬਾਰੇ ਵੀ ਜ਼ਿਕਰ ਹੈ। ਬਿਲਕੁਲ। ਔਰ ਕਿਸ ਤਰ੍ਹਾਂ ਨਸਲਵਾਦ ਦੀ ਗੱਲ ਵੀ ਵਿੱਚ ਹੋ ਰਹੀ ਹੈ, ਫਿਰ ਬਾਅਦ 'ਚ ਜਿਹੜੇ ਫਾਂਸੀ ਚੜੇ ਉਹਨਾਂ ਬਾਰੇ ਵੀ ਜ਼ਿਕਰ ਹੋ ਰਿਹਾ। ਮੇਰਾ ਮਤਲਬ ਕਹਿੰਦਾ ਗਦਰ ਇਤਿਹਾਸ ਨੂੰ ਇੱਕ ਮੌਲਿਕ ਦਸਤਾਵੇਜ਼ ਦੇ ਰੂਪ ਵਿੱਚ ਉਹ ਕਵਿਤਾਵਾਂ ਪੇਸ਼ ਕਰਦੀਆਂ। ਇਸ ਗੱਲ ਦੀ ਬਹੁਤ ਵੱਡੀ ਅਹਿਮੀਅਤ ਹੈ ਜੀ। ਮੈਂ ਬਹੁਤ ਵਧੀਆ ਗੱਲ ਹੈ, ਮੇਰੇ ਕੋਲ ਉਹ ਕਿਤਾਬ ਹੈ, ਬੜਾ ਮੌਕਾ ਜਦੋਂ ਕਿਤੇ ਮਿਲਦਾ ਪੜ੍ਹਨ ਦਾ, ਕਿਉਂਕਿ ਸੁਭਾਵਿਕ ਹੀ ਹੈ ਕਿ ਉਹਨਾਂ ਕਿਤਾਬਾਂ ਦਾ ਜਿਹੜਾ ਅਸਰ ਹੈ ਬੰਦੇ ਦੇ ਮਨ ਦੇ ਵਿੱਚ ਬਣਦਾ।
ਤੇ ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਜੀ, ਜਦੋਂ ਅਸੀਂ ਉਸ ਸਮੇਂ ਤੇ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਉਦੋਂ ਦੇ ਚਿੰਤਕਾਂ ਦੀ ਗੱਲ ਕਰਦੇ ਹਾਂ, ਅੱਜ ਵੀ ਬਹੁਤ ਸਾਰੇ ਲੇਖਕ ਬੁੱਧੀਜੀਵੀ ਚਿੰਤਕ ਨੇ ਜਿਨ੍ਹਾਂ ਦੇ ਵਿੱਚ ਉਦੰਤੀ ਰਾਏ ਦਾ ਇੱਕ ਖਾਸ ਸਥਾਨ ਹੈ। ਉਸ ਨੇ ਵੀ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਤੇ ਮੈਨੂੰ ਲੱਗਦਾ ਕਿ ਇਸ ਟਾਈਮ ਤੇ ਜਦੋਂ ਅਸੀਂ ਕਿਤਾਬ ਦਿਵਸ ਦੀ ਗੱਲ ਕਰ ਰਹੇ ਹਾਂ, ਅਧੂਰੀ ਗੱਲ ਹੋਏਗੀ ਜੇ ਇਹੋ ਜਿਹੇ ਚਿੰਤਕਾਂ ਦੀ ਗੱਲ ਨਾ ਕਰੀਏ। ਬਿਲਕੁਲ। ਸੋ ਮੈਨੂੰ ਖੁਸ਼ੀ ਦੱਸਦੇ ਹੋਏ ਕਿ ਪਿਛਲੇ ਸਾਲ ਹੀ ਹਾਂਜੀ ਅਰੁੰਧਤੀ ਰॉय ਦਾ ਜਿਹੜਾ ਸੰਪੂਰਨ ਕੰਮ ਹੈ, ਜਿਹੜੇ ਨਿਬੰਧ ਉਸਨੇ ਲਿਖੇ, ਜਿਹੜੇ ਕਿ ਨਾਨ ਫਿਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੇ ਅਜੋਕੇ ਹਾਲਾਤ ਬਾਰੇ, ਮਾਈ ਸੈਡੀਸ਼ੀਅਸ ਹਾਰਟ, ਇਸ ਨਾਂ ਥੱਲੇ ਉਹਨਾਂ ਨੇ ਪ੍ਰਕਾਸ਼ਿਤ ਕੀਤੇ। ਮੈਂ ਚਾਹਾਂਗਾ ਲੋਕ ਜ਼ਰੂਰ ਇਸ ਨੂੰ ਲੈ ਕੇ ਜ਼ਰੂਰ। ਵਾਹ ਜੀ। ਸੋ ਮਾਈ ਸੈਡੀਸ਼ੀਅਸ ਹਾਰਟ ਉਹਦਾ ਇੱਕ ਬੜਾ ਚਰਚਿਤ ਨਿਬੰਧ ਹੈ, ਜਿਹੜਾ ਪਿਛਲੇ ਸਾਲ ਹੀ ਉਸਨੇ ਜਿਹੜੇ ਮੌਜੂਦਾ ਹਾਲਾਤ ਹਿੰਦੁਸਤਾਨ 'ਚ ਬਣੇ ਉਸ ਦੇ ਬਾਰੇ ਲਿਖਿਆ। ਹਾਂਜੀ। ਉਸ ਦਾ ਪੰਜਾਬੀ 'ਚ ਵੀ ਅਨੁਵਾਦ ਹੋਇਆ, ਮੇਰਾ ਦੇਸ਼ ਧਰੋਹੀ ਦਿਲ। ਬਹੁਤ ਠੋਕ ਕੇ ਲਿਖਿਆ ਉਸਨੇ। ਸੋ ਜਿੰਨੇ ਉਸਨੇ ਹੁਣ ਤੱਕ ਨਿਬੰਧ ਲਿਖੇ, ਚਾਹੇ ਉਹ ਮਾਓਵਾਦੀਆਂ ਦੇ ਇਲਾਕੇ 'ਚ ਜਾ ਕੇ ਮਾਓਵਾਦੀਆਂ ਨੂੰ ਮਿਲਦੀ ਹੈ ਜੀ, ਚਾਹੇ ਉਹ 9/11 ਤੋਂ ਬਾਅਦ ਜਿਹੜੇ ਹਾਲਾਤ ਬਣੇ, ਚਾਹੇ ਉਹ ਜਿਹੜੇ GN ਸਾਹਿਬਾਂ ਨਾਲ ਜੋ ਕੁਝ ਹੋਇਆ, ਹਾਂਜੀ, ਇਹ ਸਾਰੇ ਦੇ ਸਾਰੇ ਜਿੰਨੇ ਵੀ ਨਿਬੰਧ ਉਹਦੇ ਹੁਣ ਤੱਕ ਛਪੇ ਆ, ਉਹ ਸਾਰੇ ਦੇ ਸਾਰੇ ਇਸ ਕਿਤਾਬ ਦੇ ਰੂਪ ਵਿੱਚ ਪਿਛਲੇ ਸਾਲ ਹੀ ਪ੍ਰਕਾਸ਼ਿਤ ਕੀਤੇ ਗਏ ਨੇ। ਇਹ ਕਿਤਾਬ ਜਿਹੜੀ ਹੈ ਜ਼ਰੂਰ ਪੜ੍ਹਨੀ ਚਾਹੀਦੀ ਲੋਕਾਂ ਨੂੰ। ਔਰ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਕੋਲ ਉਸ ਦਾ ਪੰਜਾਬੀ ਅਨੁਵਾਦ ਵੀ ਹੈ ਉਸਦੇ ਲਿਖਤਾਂ ਦਾ। ਵੈਸੇ ਇਸਨੇ 2 ਨਾਵਲ ਵੀ ਲਿਖੇ ਆ, ਜਿਹੜਾ ਗੋਡ ਆਫ ਸਮਾਲ ਥਿੰਗਸ ਤੇ ਪਿਛਲੇ ਸਾਲ ਜਿਹੜਾ ਦ ਮਿਨਿਸਟਰੀ ਆਫ ਅਟਮੋਸਟ ਹੈਪੀਨੈਸ, ਹਾਂਜੀ, ਜਿਹੜਾ ਕਿ ਜਿਸ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਿਸ ਤਰੀਕੇ ਨਾਲ ਜੋ ਕਸ਼ਮੀਰੀਆਂ ਨਾਲ ਜ਼ੁਲਮ ਹੋ ਰਿਹਾ, ਹਾਂਜੀ, ਹਾਸ਼ੀਆਗ੍ਰਸਤ ਲੋਕਾਂ ਨਾਲ ਜੋ ਕੁਝ ਵੀ ਹੋ ਰਿਹਾ। ਜਿਹੜਾ ਉਸਦਾ ਪਹਿਲਾ ਨਾਵਲ ਸੀ ਉਹ ਵੀ ਹਾਸ਼ੀਆਗ੍ਰਸਤ ਲੋਕਾਂ ਬਾਰੇ ਸੀ ਜੀ, ਸਟੇਟ ਦੀ ਬਰਬਰਤਾ ਨੂੰ ਨੰਗਾ ਕਰਦਾ ਸੀ। ਉਸੇ ਤਰੀਕੇ ਨਾਲ ਦੂਜਾ ਨਾਵਲ ਵੀ ਉਸ ਨਾਲੋਂ ਭਿੰਨ ਨਹੀਂਗਾ, ਪਰੰਤੂ ਸਾਰੇ ਭਾਈਚਾਰਿਆਂ ਦੀ ਗੱਲ ਹੋਈ ਆ। ਜਿਹੜਾ ਗੋਡ ਆਫ ਸਮਾਲ ਥਿੰਗਸ ਖਾਸ ਤੌਰ ਤੇ ਦਲਿਤਾਂ ਨਾਲ ਨਿਆਂ ਦੇ ਬਾਰੇ ਸੀ। ਜਿਹੜਾ ਨਵਾਂ ਨਾਵਲ ਹੈ ਉਸ ਦੇ ਵਿੱਚ ਦਲਿਤਾਂ ਨਾਲ, ਮੁਸਲਮਾਨਾਂ ਨਾਲ, ਆਦੀਵਾਸੀਆਂ ਨਾਲ ਜੋ ਕੁਝ ਵੀ ਧੱਕੇਸ਼ਾਹੀਆਂ ਹੋ ਰਹੀਆਂ ਉਸ ਦਾ ਜ਼ਿਕਰ ਉਸਨੇ ਕੀਤਾ ਜੀ। ਸੋ ਦੋਨੇ ਨਾਵਲ ਜਿਹੜੇ ਆ ਸਟੇਟ ਨੂੰ ਚੈਲੰਜ ਕਰਦੇ ਨੇ ਔਰ ਨਾਲ ਦੀ ਨਾਲ ਆ ਲਿਖਤਾਂ ਤੋਂ ਇਹ ਪੜ੍ਹਨੀਆਂ ਜ਼ਰੂਰੀ ਨੇ। ਬਿਲਕੁਲ। ਖਾਸ ਤੌਰ ਤੇ ਉਹ ਲੇਖਕ ਹੈ ਜਿਸ ਨੇ ਨਾ ਸਿਰਫ ਲਿਖਿਆ ਬਲਕਿ ਲੋਕਾਂ ਦੇ ਨਾਲ ਖੜੀ ਹੈ ਤੇ ਉਹਦੇ ਕਾਰਨ ਕੇਸ ਬਣੇ, ਮੁਕੱਦਮੇ ਚੱਲੇ, ਜਾਂ ਹੁਣ ਵੀ ਇਸ ਵੇਲੇ ਜਿਹੜਾ ਹੈ ਲਗਾਤਾਰ ਉਹਨਾਂ ਤੇ ਇਸ ਗੱਲ ਦਾ ਜਿਹੜਾ ਪਿਆ ਹੋਇਆ ਸੰਕਟ ਜੀ। ਮੈਂ ਉਹੀ ਇਹਦੇ 'ਚ ਹੋਰ ਐਡ ਕਰਨਾ ਚਾਹੁੰਦਾ ਕਿਉਂਕਿ ਅੰਤਰਰਾਸ਼ਟਰੀ ਕਿਤਾਬ ਦਿਹਾੜੇ ਤੇ ਮੈਂ ਸਮਝਦਾ ਸੀ ਅਰੁੰਧਤੀ ਰॉय ਦੇ ਕੰਮ ਦਾ ਜ਼ਿਕਰ ਜ਼ਰੂਰ ਹੋਵੇ, ਉਸ ਦੀ ਪੁਸਤਕ ਦਾ ਜ਼ਿਕਰ ਜ਼ਰੂਰ ਹੋਵੇ। ਹਾਂਜੀ ਹਾਂਜੀ। ਤੇ ਜਿਵੇਂ ਤੁਸੀਂ ਬਿਲਕੁਲ ਸਹੀ ਕਿਹਾ, ਕਸ਼ਮੀਰ ਦੇ ਮਸਲੇ ਨੂੰ ਲੈ ਕੇ ਉਸ ਦੇ ਖਿਲਾਫ ਇੱਕ ਕੇਸ ਬਣਾਇਆ ਗਿਆ। ਹਾਂਜੀ। ਸੋ ਉਹ ਜਿਹੜਾ ਸਿਲਸਿਲਾ ਬਾਦਸੂਰ ਜਾਰੀ ਹੈ। ਸਗੋਂ ਮੋਦੀ ਸਰਕਾਰ ਦੇ ਹੇਠਾਂ ਅਸੀਂ ਵੇਖਦੇ ਹਾਂ ਕਿ ਹੋਰ ਜ਼ਿਆਦਾ ਤਿੱਖੇ ਰੂਪ ਵਿੱਚ ਕਿਵੇਂ ਲੇਖਕਾਂ ਨੂੰ, ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜੀ। ਸੋ ਇਸ ਨਾਤੇ ਮੈਂ ਆਪਣੀ ਇੱਕ ਮੁਰਸਾ ਜ਼ਾਹਰ ਕਰਨ ਲਈ 2 ਕਿਤਾਬਾਂ ਦਾ ਹਵਾਲਾ ਜ਼ਰੂਰ ਦੇਣਾ ਚਾਹੂੰਗਾ। ਹਾਂਜੀ। ਕਿਉਂਕਿ ਇੱਕ ਤਾਂ ਆਨੰਦ ਤੇਲਤੁੰਬੜੇ, ਜਿਹਨਾਂ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਗਿਆ, ਡਾਕਟਰ ਅੰਬੇਦਕਰ ਦੇ ਪੋਤ ਜਵਾਈ, ਇੱਕ ਬੜੇ ਵੱਡੇ ਬੁੱਧੀਜੀਵੀ, ਉਹਨਾਂ ਨੇ ਅਨੇਕਾਂ ਪੁਸਤਕਾਂ ਲਿਖੀਆਂ, ਪਰ ਇੱਕ ਕਿਤਾਬ ਮੈਂ ਖਾਸ ਚੁਣ ਕੇ ਲਿਆਇਆ ਉਹਨਾਂ ਦੀ। ਉਸ ਵਿੱਚੋਂ ਇੱਕ ਲਾਈਨ ਮੈਂ ਜ਼ਰੂਰ ਪੜੂੰਗਾ ਜ਼ਰੂਰ, ਕਿਉਂਕਿ ਇਹ ਆਪਣੇ ਆਪ 'ਚ ਬੜਾ ਕੁਝ ਕਹਿ ਜਾਂਦੀ ਕਿ ਕੋਈ ਇੱਕ ਨਿਬੰਧ ਉਹਨਾਂ ਨੇ ਲਿਖਿਆ ਸੀ ਕਿ ਮੇਰੀ ਕਲਪਨਾ ਦਾ ਭਾਰਤ ਜੀ। ਇਹ ਹਿੰਦੀ ਵਿੱਚ ਕਿਸੇ ਨੇ ਅਨੁਵਾਦ ਕੀਤਾ, ਉਸ ਵਿੱਚ ਪੜ੍ਹ ਕੇ ਸੁਣਾਉਂਗਾ। ਉਹ ਲਿਖਦੇ ਨੇ ਇਸ ਨਿਬੰਧ ਨੂੰ ਮੁਕਾਉਂਦੇ ਆ ਜੀ ਕਿ ਮੇਰੀ ਕਲਪਨਾ ਦਾ ਭਾਰਤ ਕਿਹੋ ਜਿਹਾ ਹੋਵੇ, ਉੱਥੇ ਬਰਾਬਰਤਾ ਹੋਵੇ, ਉੱਥੇ ਸ਼ੋਸ਼ਣ ਨਾ ਹੋਵੇ। ਤਾਂ ਅਖੀਰ 'ਚ ਗੱਲ ਇੱਥੇ ਲਿਆ ਕੇ ਮੁਕਾਉਂਦੇ ਆ, ਇਹ ਹਮਾਰੀ बदकिस्मती है कि भारत को ये साधारण सी कल्पना भी आज क्रांतिकारी लगती है जो किसी को भी माओवादी कहकर जेल भिजवा देने के लिए काफ़ी है। हाँ। और इस वेले वो जेल विच ने। ਆਹੀ ਗੱਲ ਦੇਖੋ, ਉਹਦਾ ਪ੍ਰੈਕਟੀਕਲ ਰੂਪ ਸਾਡੇ ਸਾਹਮਣੇ ਜੋ ਉਹਨਾਂ ਨੇ ਕਿਹਾ, ਜੋ ਸ਼ੰਕਾਵਾਂ ਸੀਗੀਆਂ ਉਹ ਸੱਚ ਹੋ ਨਿਬੜੀਆਂ। ਸੋ ਤੇਲਤੁੰਬੜੇ ਵਰਗੇ ਇੱਕ ਵਧੀਆ ਬੁੱਧੀਜੀਵੀ ਲੇਖਕ ਨੂੰ ਜੇਲ੍ਹ 'ਚ ਸਾੜਿਆ ਜਾਵੇ, ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕਿਹੜੀ ਹੋ ਸਕਦੀ। ਔਰ ਇੱਕ ਨਹੀਂ, ਅਨੇਕਾਂ ਕਿਤਾਬਾਂ ਉਹਨਾਂ ਨੇ ਲਿਖੀਆਂ, ਉਹਨਾਂ ਵਿੱਚੋਂ ਮੈਂ ਚੁਣ ਕੇ ਇਸ ਕਰਕੇ ਲਿਆ ਸੀ ਤਾਂ ਜੋ ਇਹਨਾਂ ਸਤਰਾਂ ਦੇ ਰਾਹੀਂ ਲੋਕਾਂ ਤੱਕ ਸੁਨੇਹਾ ਪਹੁੰਚ ਸਕੇ। ਜੀ ਜੀ। ਇਸੇ ਤਰੀਕੇ ਨਾਲ ਗੌਹਰ ਗਿਲਾਨੀ ਜਿਹੜੇ ਕਸ਼ਮੀਰੀ ਜਰਨਲਿਸਟ ਨੇ, ਹਾਂਜੀ, ਇਹਨਾਂ ਦੇ ਖਿਲਾਫ ਹਾਲ ਹੀ ਦੇ ਵਿੱਚ UAP ਦਾ ਕੇਸ ਦਰਜ ਹੋਇਆ ਕਿਉਂਕਿ ਇਹ ਕਸ਼ਮੀਰੀ ਲੋਕਾਂ ਦੇ ਹੱਕ 'ਚ ਬੋਲਦੇ ਆ, ਉਹਨਾਂ ਦੀ ਕਹਾਣੀ ਲੋਕਾਂ ਨੂੰ ਦੱਸਦੇ ਆ। ਸੋਸ਼ਲ ਮੀਡੀਆ 'ਤੇ ਉਹਨਾਂ ਨੇ ਜੋ ਕੁਝ ਪੋਸਟ ਕੀਤਾ ਉਹਨੂੰ ਲੈ ਕੇ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ। ਹੁਣ ਹਿੰਦੂਤਵ ਦੇ ਨਾਂ 'ਤੇ ਕੀ ਹੋ ਰਿਹਾ ਉਹਦੇ ਬਾਰੇ ਮੈਂ ਅੱਗੇ ਜਾ ਕੇ ਗੱਲ ਕਰੂੰਗਾ ਜੀ। ਉਹਨੂੰ ਕੋਈ ਹੱਥ ਨਹੀਂ ਪਾਉਂਦਾ, ਪਰ ਇਹਨਾਂ ਨੂੰ ਹੱਥ ਪਾਇਆ ਗਿਆ। ਇੱਕ ਕਸ਼ਮੀਰੀ ਫੋਟੋਗ੍ਰਾਫਰ ਨੂੰ ਪਿੱਛੇ ਜੇ ਚਾਰਜ ਕੀਤਾ, ਗੌਹਰ ਗਲੈਂਡ ਨੂੰ ਵੀ ਚਾਰਜ ਕੀਤਾ। ਸੋ ਮੈਂ ਆਪਣੀ ਇੱਕ ਮੁੱਠਤਾ ਜ਼ਾਹਰ ਕਰਨ ਲਈ ਉਹਨਾਂ ਵੱਲੋਂ ਲਿਖੀ ਪੁਸਤਕ ਲੈ ਕੇ ਆਇਆ, ਕਸ਼ਮੀਰ ਰੇਜ ਐਂਡ ਰੀਜ਼ਨ। ਕਸ਼ਮੀਰ ਦਾ ਜਿਹੜਾ ਘੋਲ ਚੱਲ ਰਿਹਾ ਉਸ ਦੀ ਤਹਿ ਤੱਕ ਗਏ ਨੇ, ਇਸ ਨੂੰ ਜਾਣਨ ਲਈ ਇਹ ਕਿਤਾਬ ਪੜ੍ਹਨੀ ਲਾਜ਼ਮੀ ਹੈ। ਸੋ ਗੁਰਪ੍ਰੀਤ ਸਿੰਘ ਜੀ, ਜਿਹੜੇ ਅੱਜ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਿਨ੍ਹਾਂ ਦੇ ਵਿੱਚੋਂ ਖਾਸ ਤੌਰ 'ਤੇ ਜਿਹੜਾ ਕਸ਼ਮੀਰ ਦਾ ਰੇਜ ਐਂਡ ਰੀਜ਼ਨ ਬੜੀ ਚਰਚਿਤ ਕਿਤਾਬ ਜਿਹੜੀ ਗੌਹਰ ਗਿਲਾਨੀ ਦੀ ਹੈ, ਅਤੇ ਹੁਣੇ ਹੀ ਉਹਨਾਂ 'ਤੇ ਮੁਕੱਦਮਾ ਵੀ ਦਰਜ ਕੀਤਾ ਗਿਆ। ਉਦੰਤੀ ਰਾਓ ਦੀ ਗੱਲ ਕੀਤੀ ਹੈ, ਉਹਨਾਂ 'ਤੇ ਮੁਕੱਦਮਾ ਦਰਜ ਹੈ। ਇਹ ਸਾਰੇ ਲੇਖਕ ਜਿਸ ਤਰ੍ਹਾਂ ਲਿਖ ਰਹੇ ਨੇ, ਜਾਂ ਇਹਨਾਂ ਦੀਆਂ ਕਿਤਾਬਾਂ ਦੇ ਨਾਲ ਮੈਂ ਅੱਜ ਗੱਲ ਕਰਾਂ ਤੇ ਗੁਜਰਾਤ ਦੀਆਂ ਫਾਈਲਾਂ, ਰਾਣਾ ਆਯੂਬ, ਉਹਨਾਂ ਦੀ ਕਿਤਾਬ ਜਿਹੜੀ ਕਿ ਅਕਸਰ ਅਸੀਂ ਉਸ ਕਿਤਾਬ ਬਾਰੇ ਪਹਿਲਾਂ ਵੀ ਜ਼ਿਕਰ ਕੀਤਾ ਹੈ, ਅਤੇ ਅੱਜ ਵੀ ਕਿਤਾਬ ਦਿਵਸ 'ਤੇ ਖਾਸ ਤੌਰ 'ਤੇ ਗੱਲਬਾਤ ਕਰੀਏ ਕਿ ਕਿਸ ਤਰੀਕੇ ਨਾਲ ਜੋਖਮ 'ਚ ਜ਼ਿੰਦਗੀ ਪਾ ਕੇ ਉਹਨਾਂ ਨੇ
ਉਹ ਕਿਤਾਬ ਜਿਹੜੀ ਹੈ ਗੁਜਰਾਤ ਫਾਈਲਾਂ ਲਿਖੀ ਹੈ, ਥੋੜਾ ਜਿਹਾ ਉਹਦੇ ਬਾਰੇ ਰੋਸ਼ਨੀ ਜ਼ਰੂਰ ਪਾਓ। ਬਿਲਕੁਲ, ਸਾਨੂੰ ਦੱਸਦੇ ਹਾਂ ਬੜਾ ਫਖਰ ਮਹਿਸੂਸ ਹੁੰਦਾ ਕਿ ਰਾਣਾ ਅਯੂਬ ਨੂੰ ਅਸੀਂ ਸੱਦਿਆ ਸੀ ਇੱਥੇ ਆਪਣੇ ਗਰੁੱਪ ਵੱਲੋਂ, ਸਨਮਾਨਿਤ ਵੀ ਕੀਤਾ ਸੀ, ਤੇ ਉਹਨਾਂ ਦਾ ਪੰਜਾਬੀ 'ਚ ਅਨੁਵਾਦ ਬੂਟਾ ਸਿੰਘ ਨੇ ਕੀਤਾ ਸੀਗਾ, ਜਿਨ੍ਹਾਂ ਨੇ ਅਰੁੰਧਤੀ ਰੋਏ ਦੇ ਕੰਮ ਨੂੰ ਕੀਤਾ, ਸਦਮਾ ਸਿਧਾਂਤ ਜਿਹੜਾ ਹੈ ਉਹ ਲਿਖੀ ਉਹਨਾਂ ਨੇ, ਜਾਂ ਅਨੁਵਾਦ ਕੀਤਾ ਸ਼ੌਕ ਡਾਕਟਰੀ ਦਾ, ਉਹਨਾਂ ਨੇ ਪੰਜਾਬੀ 'ਚ ਅਨੁਵਾਦ ਕੀਤਾ ਸੀ ਉਸਦਾ। ਸੋ ਅਸੀਂ ਉਸਦਾ ਜਿਹੜਾ ਪੰਜਾਬੀ ਜਿਹੜਾ ਸੀਗਾ ਅਨੁਵਾਦ ਜਿਹੜਾ ਹੋਇਆ, ਉਸ ਦੀ ਆਪਾਂ ਤੇ ਘੁਣ ਚੁਕਾਈ ਵੀ ਕੀਤੀ ਸੀ ਉਹਨਾਂ ਦੇ ਆਏ ਤੇ। ਰਾਣਾ ਅਯੂਬ ਦੀ ਇੱਕ ਮੈਂ ਗੱਲ ਦੱਸਣੀ ਚਾਹੁੰਦਾ, ਜਿਹੜੀ ਬੜੇ ਦੁੱਖ ਦੀ ਗੱਲ ਆ ਕਿ ਅੰਤਰਰਾਸ਼ਟਰੀ ਕਿਤਾਬ ਦਿਹਾੜੇ ਤੇ ਗੱਲ ਕਰਨੀ ਬਣਦੀ ਹੈ। ਹੁਣ ਉਸਨੇ ਜਦੋਂ ਇਹ ਕਿਤਾਬ ਲਿਖੀ, ਗੁਜਰਾਤ ਕਤਲੇਆਮ ਤੋਂ ਬਾਅਦ ਜੋ ਹਾਲਾਤ ਬਣੇ, ਜਦੋਂ ਉਹਨੇ ਜਾ ਕੇ ਤਹਿਲਕਾ ਲਈ ਅੰਡਰਕਵਰ ਆਪਰੇਸ਼ਨ ਕੀਤਾ, ਅੱਛਾ, ਅਫਸੋਸ ਦੀ ਗੱਲ ਕਿ ਪਹਿਲਾਂ ਤਾਂ ਤਹਿਲਕਾ ਵਾਲਿਆਂ ਨੇ ਉਹਨੂੰ ਪਿੱਠ ਦੇ ਦਿੱਤੀ, ਮੁੱਕਰ ਗਏ। ਫਿਰ ਜਦੋਂ ਉਸਨੇ ਸੋਚਿਆ ਕਿ ਵੀ ਕਿਉਂ ਨਾ ਮੈਂ ਆਪਣੀ ਕਿਤਾਬ ਛਪਾਵਾਂ, ਤੇ ਕੋਈ ਪ੍ਰਕਾਸ਼ਕ ਵੀ ਨਹੀਂ ਸੀ ਮਿਲ ਰਿਹਾ। ਗੱਲ ਨੋਟ ਕਰਨ ਵਾਲੀ ਕਿ ਪ੍ਰਕਾਸ਼ਕ ਵੀ ਨਹੀਂ ਸੀ ਕੋਈ ਤਿਆਰ ਕਿਤਾਬ ਛਾਪਣ ਲਈ। ਜਿਹੜੇ ਚੁਣੌਤੀਆਂ ਆ ਰਹੀਆਂ ਨੇ ਪ੍ਰਕਾਸ਼ਕਾਂ ਨੂੰ ਇਹੋ ਜਿਹੇ ਨਿਜ਼ਾਮ ਦੇ ਵਿੱਚ, ਇਹ ਵਰਲਡ ਬੁੱਕ ਡੇ ਤੇ ਵਿਚਾਰਨ ਵਾਲੀ ਗੱਲ ਆ। ਬਿਲਕੁਲ ਬਿਲਕੁਲ। ਸੋ ਉਸ ਬੀਬੀ ਨੇ ਆਪਣੇ ਜਿਹੜੇ ਉਹਦੇ ਮਾਪਿਆਂ ਨੇ ਉਸਦੇ ਲਈ ਪੈਸੇ ਇਕੱਠੇ ਕੀਤੇ ਸੀ ਕਿ ਕੱਲ ਨੂੰ ਜੇ ਇਹ ਵਿਆਹੀ ਜਾਂਦੀ ਹੈ, ਉਹਦੇ ਲਈ ਗਹਿਣਾ ਖਰੀਦਣਾ ਹੋਵੇ, ਉਹ ਸਾਰੇ ਪੈਸੇ ਜਿਹੜੇ ਹੈ ਉਹਨੇ ਗਿਰਵੀ ਧਰ ਕੇ ਤੇ ਫਿਰ ਪੈਸੇ ਜਿਹੜਾ ਲੋਨ ਲੈ ਕੇ ਕਿਤਾਬ ਛਪਵਾਈ। ਇਹ ਗੱਲ ਵੱਖਰੀ ਹੈ ਕਿ ਭਾਈਚਾਰੇ ਵੱਲੋਂ ਲੋਕਾਂ ਨੇ ਸਹਿਯੋਗ ਦਿੱਤਾ, ਉਹਦੀ ਕਿਤਾਬ ਹੱਥੋਂ ਹੱਥੀ ਪਹੁੰਚੀ ਹੈ, ਵੱਖ-ਵੱਖ ਜ਼ੁਬਾਨਾਂ 'ਚ ਉਸਦਾ ਅਨੁਵਾਦ ਵੀ ਹੋਇਆ। ਪਰ ਤੁਸੀਂ ਵੇਖ ਲਓ ਚੁਣੌਤੀਆਂ ਕਿੰਨੀਆਂ ਸੀਗੀਆਂ, ਧਮਕੀਆਂ ਦਾ ਸਿਲਸਿਲਾ ਵੱਖਰਾ, ਔਰਤ ਹੋਣ ਦੇ ਨਾਤੇ ਘਟੀਆ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਉਹਦੇ ਖਿਲਾਫ ਹੁੰਦਾ, ਰੋਜ਼ਾਨਾ ਹੀ। ਬਿਲਕੁਲ, ਹੁਣ ਵੀ ਹੋ ਰਿਹਾ, ਬਿਲਕੁਲ ਹੋ ਰਿਹਾ। ਔਰ ਜਦੋਂ ਗੌਹਰ ਗਲਾਨੀ ਦੇ ਹੱਕ 'ਚ ਖੜੀ ਹੋਈ, ਜਾਂ ਅਰੁੰਧਤੀ ਰੋਏ ਜਾਂ ਇਹਨਾਂ ਲੋਕਾਂ ਦੇ ਤੇਲ ਤੋਮੜੇ ਦੇ ਹੱਕ 'ਚ ਖੜੀ ਹੋਈ ਸੋਸ਼ਲ ਮੀਡੀਆ ਤੇ, ਤਾਂ ਵੀ ਉਹਨੂੰ ਗਾਲੀ ਗਲੋਚ ਦਾ ਸਾਹਮਣਾ ਕਰਨਾ ਪਿਆ, ਉਹ ਅੱਜ ਵੀ ਕਰ ਰਹੀ ਹੈ। ਸੋ ਇਹ ਸੰਖੇਪ ਕਹਾਣੀ ਰਾਣਾ ਅਯੂਬ। ਜੇ ਇਹਦੇ ਬਾਰੇ ਗੁਜਰਾਤ ਦੀਆਂ ਫਾਈਲਾਂ, ਇਹ ਜਿਹੜੀ ਕਿਤਾਬ ਲਿਖੀ ਹੈ ਗੁਜਰਾਤ ਕਤਲੇਆਮ ਤੇ ਸਪੈਸ਼ਲੀ, ਜਾਂ ਜਿਸ ਦੇ ਵਿੱਚ ਨਿਊਯਾਰਕ ਦੇ ਵਿੱਚ ਉਹਨਾਂ ਨੂੰ ਪੁਰਸਕਾਰ ਵੀ ਜਿਹੜਾ ਸਨਮਾਨ ਹੈ ਬੜੇ ਵੱਡੇ ਪੱਧਰ ਤੇ ਦਿੱਤੇ ਜਾਣ ਦੀ ਗੱਲ ਚੱਲੀ, ਤੁਸੀਂ ਥੋੜਾ ਜਿਹਾ ਦੱਸੋ ਇਹ ਕਿਤਾਬ ਜਿਹੜੀ ਹੈ, ਉਸ ਕਿਤਾਬ ਦੇ ਵਿੱਚ ਕੀ ਕੀ ਤੇ ਕਿਵੇਂ ਕਿਵੇਂ ਆਪਰੇਸ਼ਨ ਕੀਤੇ? ਦੇਖੋ, ਉਸਨੇ ਕੀ ਕੀਤਾ ਸੀਗਾ ਕਿ ਜਦੋਂ ਗੁਜਰਾਤ ਕਤਲੇਆਮ ਹੋਣ ਤੋਂ ਬਾਅਦ, ਜਦੋਂ ਅਜੇ ਮੋਦੀ ਦਾ ਲੱਗਦਾ ਸੀ ਕਿ ਉਹ PM ਬਣ ਸਕਦਾ ਆਉਣ ਵਾਲੇ ਟਾਈਮ 'ਚ, ਉਸ ਦੌਰ ਦੇ ਵਿੱਚ ਉਹ ਇੱਕ ਹਿੰਦੂ ਔਰਤ ਬਣ ਕੇ ਗੁਜਰਾਤ ਜਾਂਦੀ ਹੈ ਔਰ ਉਹਨਾਂ ਲੋਕਾਂ ਨਾਲ ਆਪਣਾ ਰਿਲੇਸ਼ਨ ਬਣਾਉਂਦੀ ਹੈ ਜਿਹੜੇ ਲੋਕ ਪੁਲਿਸ 'ਚ ਨੇ, ਪ੍ਰਸ਼ਾਸਨ 'ਚ ਨੇ, ਔਰ ਆਪਣੇ ਆਪ ਨੂੰ ਦੱਸਦੀ ਕਿ ਮੈਂ RSS ਦੇ ਇੱਕ ਆਗੂ ਦੀ ਬੇਟੀ ਹਾਂ। ਅੱਛਾ, ਮੈਥਲੀ ਤਿਆਗੀ ਨਾਂ ਰੱਖ ਕੇ ਜਾਂਦੀ ਉੱਥੇ, ਆਪ ਉਹ ਮੁਸਲਿਮ ਭਾਈਚਾਰੇ ਨਾਲ ਜੁੜੀ ਹੋਈ ਹੈ। ਸੋ ਹੋਇਆ ਕਿ ਜਦੋਂ ਉਹ ਉੱਥੇ ਗਈ ਤੇ ਉਹਨਾਂ ਲੋਕਾਂ 'ਚ ਵਿਚਰੀ, ਉਸਦੇ ਵਿੱਚ ਸੈੱਲ ਬਣਾਏ ਜਿਹੜੇ ਹਿੰਦੂ ਅਫਸਰ ਸੀਗੇ, ਜਿਹੜੇ ਮੋਦੀ ਸਰਕਾਰ ਦੇ ਨਾਲ ਰਲ ਕੇ, ਜਿਨ੍ਹਾਂ ਨੇ ਨਾ ਸਿਰਫ ਕਤਲੇਆਮ 'ਚ ਯੋਗਦਾਨ ਪਾਇਆ, ਸਗੋਂ ਉਹਨਾਂ ਲੋਕਾਂ ਨੇ ਇਹ ਵੀ ਕੀਤਾ ਕਿ ਜਿਹੜੇ ਬਾਅਦ 'ਚ ਫਰਜ਼ੀ ਮੁਕਾਬਲੇ ਬਣੇ ਮੁਸਲਮਾਨਾਂ ਦੇ, ਉਹਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਸੀ। ਸੋ ਉਹਨਾਂ ਦੇ ਸਾਰੇ ਦੇ ਇੰਟਰਵਿਊਜ਼ ਨੇ ਸੀਕ੍ਰੇਟ ਤਰੀਕੇ ਨਾਲ ਰਿਕਾਰਡ ਕੀਤੇ। ਇਸ ਤੋਂ ਪਹਿਲਾਂ ਇੱਕ ਹੋਰ ਕੋਈ ਪੱਤਰਕਾਰ ਸੀ, ਉਹਨਾਂ ਨੇ ਵੀ ਇਸ ਕਿਸਮ ਦਾ ਕੰਮ ਕੀਤਾ ਸੀ, ਪਰ ਉਹਨਾਂ ਨੇ ਜ਼ਿਆਦਾ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜਾ ਗੁੰਡਾ ਅਨਸਰ ਆ, ਉਹਨਾਂ ਦੇ ਨਾਲ ਇੰਟਰਵਿਊ ਕੀਤੀਆਂ ਸੀਗੀਆਂ। ਰਾਣਾ ਅਯੂਬ ਦੇ ਕੇਸ ਜਿਹੜੀ ਵਿਲੱਖਣ ਗੱਲ ਇਹ ਸੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੰਟਰਵਿਊਜ਼, ਯਾਨੀ ਪ੍ਰਸ਼ਾਸਨ ਜਾਂ ਸਟੇਟ ਦੀ ਜਿਹੜੀ ਸ਼ਮੂਲੀਅਤ ਸੀ, ਉਸ ਤੋਂ ਨੰਗਾ ਕੀਤਾ ਉਹਨੇ। ਅਖੀਰ 'ਚ ਜਿਹੜਾ ਆਪਰੇਸ਼ਨ ਚੱਲ ਰਿਹਾ ਸੀ ਉਸਦਾ, ਤੇ ਜਦੋਂ ਮੋਦੀ ਤੱਕ ਪਹੁੰਚੀ ਹੈ, ਜਦੋਂ ਹੁਣ ਵਕਤ ਆ ਗਿਆ ਕਿ ਮੋਦੀ ਨਾਲ ਉਹ ਸੀਕ੍ਰੇਟ ਗੱਲਬਾਤ ਕਰਦੀ, ਤਰੁਣ ਤੇਜਪਾਲ ਜਿਹੜਾ ਤਹਿਲਕਾ ਦਾ ਜਿਹੜਾ ਐਡੀਟਰ, ਉਹ ਮੁੱਕਰ ਗਿਆ। ਉਸਨੇ ਕਿਹਾ ਕਿ ਹੁਣ ਉਹ PM ਬਣ ਜਾਣਾ ਤੇ ਅਸੀਂ ਮੁਸੀਬਤ 'ਚ ਪਾਵਾਂਗੇ, ਇਸ ਆਪਰੇਸ਼ਨ ਨੂੰ ਉੱਥੇ ਬੰਦ ਕਰ ਦਿਓ। ਅੱਛਾ, ਇੰਨੀ ਮਿਹਨਤ ਜਿਹੜੀ ਸੀ ਉਹ ਉੱਤੇ ਪਾਣੀ ਜਿਹੜਾ ਫੇਰ ਕੇ ਰੱਖਤਾ। ਉਹ ਫਿਰ ਇੱਕ ਮਾਨਸਿਕ ਪਰੇਸ਼ਾਨੀ 'ਚ ਚਲੀ ਗਈ, ਕਾਫੀ ਸਮਾਂ ਤਹਿਲਕਾ ਵੀ ਛੱਡ ਗਈ। ਤੇ ਉਸ ਤੋਂ ਬਾਅਦ ਉਸਨੇ ਫਿਰ ਆਪਣੇ ਕਿਸੇ ਦੋਸਤ ਨਾਲ ਜਾਂ ਸਾਈਕੈਟਰਿਸਟ ਨਾਲ ਗੱਲ ਕੀਤੀ, ਇਹ ਤੈਅ ਕੀਤਾ ਕਿ ਮੈਂ ਆਪਣਾ ਜੀ ਹਲਕਾ ਕਰਨ ਵਾਸਤੇ ਜੋ ਕੁਝ ਹੋਇਆ ਉਸ ਨੂੰ ਮੈਂ ਕਲਮਬੰਦ ਕਰਾਂ। ਜਦੋਂ ਉਸਨੇ ਲਿਖਿਆ ਤੇ ਉਸ ਤੋਂ ਬਾਅਦ ਕੋਈ ਕਿਤਾਬ ਛਾਪਣ ਨੂੰ ਤਿਆਰ ਨਾ ਹੋਵੇ, ਨੌਕਰੀ ਦੇਣਾ ਤਾਂ ਬੜੀ ਦੂਰ ਦੀ ਗੱਲ ਆ ਕਿਸੇ ਅਖਬਾਰ ਵੱਲੋਂ। ਸੋ ਇਹ ਉਹਦੀ ਸੰਖੇਪ ਕਹਾਣੀ ਹੈ। ਦੇਖੋ ਜੀ, ਜਿਸ ਮੁਸ਼ਕਲ ਤੇ ਚੁਣੌਤੀ ਦੇ ਵਿੱਚੋਂ ਦੀ ਲੰਘੀ ਰਾਣਾ ਅਯੂਬ, ਉਹਨਾਂ ਦੀ ਜਿਹੜੀ ਇਸ ਲਿਖਤ ਦੀ ਜਿਹੜੀ ਵੈਲਿਊ ਹੈ ਜਾਂ ਕਦਰ ਹੈ, ਅਸੀਂ ਅੱਜ ਵੀ ਦੇਖੀਏ ਤਾਂ ਬੜੀ ਕਮਾਲ ਦੀ ਹੈ, ਤੇ ਉਸ ਦੇ ਵਿੱਚ ਬਹੁਤ ਸਾਰਾ ਜਿਹੜਾ ਸਮੇਂ ਦਾ ਸੱਚ ਹੈ ਉਹ ਬਿਆਨ ਕਰਦੀ ਹੈ। ਉਹ ਦਲੇਰੀ ਹੈ ਉਸਦੀ, ਨਾਲੇ ਬਹਾਦਰੀ ਹੈ। ਤੁਸੀਂ ਵੇਖੋ ਕਿ ਜੇ ਉਸ ਦੇ ਬਾਰੇ ਉਹਨੂੰ ਪਤਾ ਲੱਗ ਜਾਂਦਾ ਲੋਕਾਂ ਨੂੰ ਕਿ ਇਹ ਮੁਸਲਿਮ ਔਰਤ ਹੈ ਤੇ ਸਾਡੀ ਇਹ ਜਸੂਸੀ ਕਰ ਰਹੀ ਹੈ, ਉਹਦੇ ਨਾਲ ਕੀ ਕਰਨਾ ਸੀ ਉਹਨਾਂ ਨੇ, ਇਹਦਾ ਅਨੁਮਾਨ ਲਾ ਕੇ ਵੇਖੋ। ਬਿਲਕੁਲ ਜੀ, ਇਸ ਦਾ ਸਿਰਫ ਕਲਪਨਾ ਕਰਦਿਆਂ ਹੀ ਤੁਹਾਨੂੰ ਕਾਮਾ ਛੱਡ ਜਾਂਦਾ। ਹਾਂ, ਕਿ ਇੱਕ ਮੁਸਲਿਮ ਔਰਤ, ਜਵਾਨ ਔਰਤ, ਉਸ ਦੇ ਨਾਲ ਕਿਸ ਕਿਸਮ ਦੀ ਬਸ ਲੋਕੀ ਕਰ ਸਕਦੇ ਸੀ। ਬਿਲਕੁਲ, ਉਹਨੇ ਬਹੁਤ ਵੱਡਾ ਰਿਸਕ ਲਿਆ। ਇੱਕ ਜਿਹੜੀ ਹੋਰ ਰਾਣਾ ਅਯੂਬ ਦੀ ਚੰਗੀ ਗੱਲ ਇਹ ਹੈ ਕਿ ਰਾਣਾ ਅਯੂਬ ਨੇ ਮਤਲਬ ਜਿਹੜਾ 1984 ਦੇ ਦਰਦ ਨੂੰ ਵੀ ਸਮਝਿਆ। ਉਹ ਇਸ ਤਰ੍ਹਾਂ ਕਿ ਜਦੋਂ 1993 ਵਿੱਚ ਜਦੋਂ ਬਾਬਰੀ ਮਸਜਿਦ ਕਾਂਡ ਤੋਂ ਬਾਅਦ ਮੁਸਲਮਾਨ ਵਿਰੋਧੀ ਕਤਲੇਆਮ ਹੋਏ ਬੰਬੇ 'ਚ, ਉਹਦੇ ਉੱਥੋਂ ਛੋਟੀ ਉਮਰ ਦੀ ਸੀ, ਉੱਥੇ ਰਹਿੰਦੀ ਸੀ।
ਇਹਨਾਂ ਦੇ ਟੱਬਰ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਸਿੱਖ ਪਰਿਵਾਰ ਨੇ ਇਹਨਾਂ ਨੂੰ ਸ਼ਰਨ ਦਿੱਤੀ ਜੀ। ਸੋ ਉਹ ਦੋਨਾਂ ਭਾਈਚਾਰਿਆਂ ਦੇ ਦਰਦ ਨੂੰ ਸਮਝਦੀ ਹੈ ਔਰ ਸਿੱਖ ਭਾਈਚਾਰੇ ਨੇ ਉਸ ਦੀ ਪੰਜਾਬ 'ਚ ਬਾਂਹ ਫੜੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਸੱਦ ਕੇ ਉਸ ਨੂੰ ਸਨਮਾਨਿਤ ਕੀਤਾ ਜੀ, ਸਿੱਖ ਐਕਟਿਵਿਸਟਾਂ ਨੇ ਜੀ। ਪੰਜਾਬੀ 'ਚ ਕਿਤਾਬ ਦਾ ਅਨੁਵਾਦ ਤੇ ਮਗਰੋਂ ਹੁੰਦਾ ਬਿਲਕੁਲ, ਜਿਹੜਾ ਬੂਟਾ ਸਿੰਘ ਉਹਨਾਂ ਨੇ ਕੀਤਾ ਜੀ, ਔਰ ਅਸੀਂ ਉਸ ਪ੍ਰੋਜੈਕਟ ਵਿੱਚ ਸ਼ਾਮਲ ਸੀਗੇ ਜੀ। ਪਰ ਸਭ ਤੋਂ ਪਹਿਲਾਂ ਪੰਜਾਬ 'ਚ ਲਿਆਉਣ ਵਾਲੇ ਉਸ ਨੂੰ ਸਿੱਖ ਭਾਈਚਾਰੇ ਦੇ ਲੋਕ ਸੀਗੇ ਜੀ, ਔਰ ਉਹ ਐਡੀ ਬੇਬਾਕ ਔਰਤ ਹੈ। ਤੁਸੀਂ ਵੇਖੋ ਗਦਰ, ਜਿਹੜਾ ਗਦਰ ਮੈਮੋਰੀਅਲ ਹਾਲ, ਇਸ ਗੱਲ ਦਾ ਮੈਂ ਵੀ ਗਵਾਹ ਹਾਂ। ਹਾਂਜੀ, 2017 ਦੇ ਵਿੱਚ ਮੈਂ ਉੱਥੇ ਗਿਆ ਜਦੋਂ, ਹਾਂਜੀ, 1 ਨਵੰਬਰ ਦਾ ਦਿਨ ਸੀਗਾ, ਗਦਰ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ। ਰਾਣਾ ਆਯੂਬ ਨੂੰ ਸੱਦਿਆ ਗਿਆ ਸੀ ਉੱਥੇ, ਅੱਛਾ, ਮੁੱਖ ਬੁਲਾਰੇ ਦੇ ਤੌਰ ਤੇ ਜੀ। ਉਸ ਨੂੰ ਇਹ ਕਿਹਾ ਗਿਆ ਕਿ ਤੂੰ 84 ਦੀ ਗੱਲ ਨਹੀਂ ਕਰਨੀ। ਅੱਛਾ। ਔਰ ਮੇਰੇ ਬੈਠੇ ਆ, ਮੈਂ ਜਦੋਂ ਵੇਖਦਾ ਕਿ ਜਦੋਂ 1 ਨਵੰਬਰ ਦਾ ਫੰਕਸ਼ਨ ਹੁੰਦਾ, ਗਦਰ ਪਾਰਟੀ ਦਾ ਝੰਡਾ ਵੀ ਚਾੜਿਆ ਜਾ ਰਿਹਾ, ਫਿਰਕਾ ਪ੍ਰਸਤੀ ਦੇ ਖਿਲਾਫ ਗੱਲਾਂ ਹੋ ਰਹੀਆਂ, ਬੀਜੇਪੀ ਦੇ ਖਿਲਾਫ ਗੱਲਾਂ ਹੋ ਰਹੀਆਂ, ਹੋਣੀਆਂ ਵੀ ਚਾਹੀਦੀਆਂ ਜੀ। ਪਰ ਮੈਂ ਜਗਮੋਹਨ ਸਿੰਘ ਵੀ ਨਾਲ ਬੈਠੇ ਸੀ, ਜਿਹੜੇ ਭਗਤ ਸਿੰਘ ਦੇ ਭਾਣਜੇ ਨੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਸਮਝ ਨਹੀਂ ਆਈ ਕਿ 1 ਨਵੰਬਰ ਨੂੰ 1984 ਦਾ ਕਾਂਡ ਹੋਇਆ, ਤੁਸੀਂ ਪੰਜਾਬ ਦੀ ਧਰਤੀ ਤੇ ਐਡਾ ਵੱਡਾ ਮਾਰ ਇਕੱਠ ਕੀਤਾ ਹੋਇਆ ਫਿਰਕਾ ਪ੍ਰਸਤੀ ਦੇ ਖਿਲਾਫ, ਉਹਦਾ ਜ਼ਿਕਰ ਤੱਕ ਨਹੀਂ ਹੋਇਆ। ਇਹਦੀ ਕੀ ਵਜ੍ਹਾ? ਕੋਈ ਜਵਾਬ ਨਹੀਂ ਸੀ ਕਿਸੇ ਕੋਲ। ਬਾਅਦ ਚ ਰਾਣਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਮੈਨੂੰ ਰੋਕਿਆ ਗਿਆ। ਮੈਂ ਤਾਂ ਫੇਸਬੁੱਕ ਤੇ ਲਿਖਿਆ ਵੀ ਇਹਦੇ ਬਾਰੇ ਕਿ ਮੈਨੂੰ ਇਸ ਗੱਲ ਦੀ ਪਰੇਸ਼ਾਨੀ ਹੋਈ ਜੀ ਜੀ। ਸੋ ਇਹ ਇਸ ਕਿਸਮ ਦੀ ਗੱਲਬਾਤ ਉੱਥੇ ਚੱਲਦੀ ਹੈ ਕਿ ਜਿਹੜਾ ਉਹਦੇ ਵਿੱਚ ਵੀ ਪੱਖਪਾਤ। ਸੋ ਰਾਣਾ ਆਯੂਬ ਵਰਗੇ ਪੱਤਰਕਾਰਾਂ ਤੋਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹ ਘੱਟੋ ਘੱਟ ਇਨਸਾਫ ਕਰਦੇ ਨੇ ਆਪਣੀ ਕਲਮ ਦੇ ਨਾਲ। ਉਹਨਾਂ ਨੇ ਕਦੇ ਇਹ ਨਹੀਂ ਕੀਤਾ ਕਿ ਸਿਰਫ ਬੀਜੇਪੀ ਦੀ ਭੰਡੀ ਕਰੋ ਜਾਂ ਕਾਂਗਰਸ ਦੀ ਚੜ੍ਹਾਈ, ਮਤਲਬ ਉਹਦੀ ਚਮਚਾਗਿਰੀ ਕਰੋ। ਇਸ ਤਰ੍ਹਾਂ ਦੇ ਪੱਤਰਕਾਰ ਹੈ ਨਹੀਂ ਜੀ, ਇਹ ਵੀ ਬਹੁਤ ਜ਼ਰੂਰੀ। ਬਹੁਤ ਵੱਡੀ ਗੱਲ ਹੈ ਕਿ ਜਿਹੜੇ ਕਿਤਾਬਾਂ ਨੂੰ ਸਤਿਕਾਰ ਦੇਣ ਵਾਲੇ ਜਾਂ ਐਕਟਿਵਿਸਟ ਨੂੰ ਸਤਿਕਾਰ ਦੇਣ ਵਾਲੇ, ਜਦੋਂ ਉਹ ਵੀ ਸੋਚਾਂ ਦੇ ਵਿੱਚ ਇਹ ਫਰਕ ਅਤੇ ਵਿਤਕਰਾ ਰੱਖ ਲੈਣ, ਤੇ ਫਿਰ ਆਸ ਕਿੱਥੋਂ ਰੱਖੀ ਜਾ ਸਕਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਗੱਲ ਜਿਸ ਤਰ੍ਹਾਂ ਕਿਤਾਬ ਦਿਵਸ ਦੀ ਜਾਂ ਪੜ੍ਹਨ ਦੀ ਜਾਂ ਗਿਆਨ ਦੀ ਜਾਂ ਗਿਆਨ ਇਕੱਠਾ ਕਰਨ ਦੀ ਅਤੇ ਬਾਅਦ 'ਚ ਸਮਾਜ ਨੂੰ ਸੇਧ ਦੇਣ ਦੀ ਕਰਦੇ ਹਾਂ, ਉਸ ਸਮੇਂ ਉਹੀ ਦਿਨ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਦੁਖਾਂਤ ਹੋਏ ਆ ਜਾਂ ਜਿਨ੍ਹਾਂ 'ਚ ਕਤਲੇਆਮ ਹੋਇਆ, ਉਹ ਦਿਨਾਂ ਦੇ ਮੌਕੇ ਮੌਜੂਦਾ ਘਟਨਾਵਾਂ ਅਤੇ ਮੌਜੂਦਾ ਕਤਲੇਆਮ ਜਿਹੜੇ ਆ ਹੋ ਰਹੇ ਆ, ਨਸਲਕੁਸ਼ੀਆਂ ਹੋ ਰਹੀਆਂ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਦਿਨਾਂ 'ਚ ਗਿੱਧੇ ਭੰਗੜੇ ਨਾਚ ਗਾਣ ਸਾਰਾ ਕੁਝ ਸ਼ੁਰੂ ਕਰ ਦੇਣਾ। ਅਤੇ ਉਹ ਜਿਹੜੀ ਮੁੱਖ ਸੋਚ ਹੈ, ਜਿਸ ਸੋਚ ਨੇ ਆਰ ਲਾਉਣੀ ਸੀ ਕਿ ਆਹ ਦੇਖੋ ਇਹ ਕੰਮ ਚੱਲ ਰਿਹਾ ਹੈ, ਪਿਛਲਿਆਂ ਬਾਰੇ ਬੋਲਣਾ ਤਾਂ ਬਹੁਤ ਸੌਖਾ, ਔਖਾ ਤਾਂ ਇਹ ਹੈ ਕਿ ਅੱਜ ਦੇ ਹਕੂਮਤ ਦੇ ਹਾਲਾਤ ਦੇ ਬਾਰੇ ਬੋਲਣਾ, ਉਹਨਾਂ ਨੂੰ ਭੁਲਾ ਦੇਣਾ ਅਤੇ ਉਹ ਗੱਲ ਕਰਨ ਤੋਂ ਰੋਕ ਦੇਣਾ। ਗੁਰਪ੍ਰੀਤ ਸਿੰਘ ਜੀ, ਲੱਗਦਾ ਇਉਂ ਹੈ, ਹਾਲਾਂਕਿ ਬਹੁਤ ਵਧੀਆ ਕਿਤਾਬਾਂ ਲਿਖੀਆਂ ਉਹਦੇ ਬਾਰੇ। ਜਰਨੈਲ ਸਿੰਘ ਪੱਤਰਕਾਰ ਖੁਦ, ਉਹਨਾਂ ਨੇ ਜਿਹੜੀ ਕਿਤਾਬ ਲਿਖੀ ਹੈ ਕਿ ਉਹਨਾਂ ਨੇ ਜੁੱਤੀ ਵਗਾ ਕੇ ਜਦੋਂ ਮਾਰੀ ਚਿਦੰਬਰਮ ਨੂੰ, ਤੇ ਉਹਦਾ ਕਾਰਨ ਕੀ ਸੀ, ਉਹਨਾਂ ਨੇ ਉਹ ਕਿਤਾਬ ਦੇ ਵਿੱਚ ਖੁਲਾਸਾ ਵੀ ਕੀਤਾ। ਆਈ ਅਕਿਊਜ਼ਡ, ਉਹਦੇ ਵਿੱਚ ਇੰਗਲਿਸ਼ ਦੇ ਵਿੱਚ, ਪੰਜਾਬੀ 'ਚ ਵੀ ਉਹ ਕਿਤਾਬ ਆ, ਉਸ ਦੇ ਵਿੱਚ 84 ਦੇ ਸਾਰੇ ਦੁਖਾਂਤ ਨੂੰ ਦੱਸਦਿਆਂ ਇਹ ਵੀ ਕਿਹਾ ਕਿ ਮੈਂ ਇਹ ਕੰਮ ਇਸ ਕਰਕੇ ਨਹੀਂ ਕੀਤਾ ਕਿ ਮੈਂ ਉਹਦੇ ਜੁੱਤੀ ਮੂੰਹ 'ਤੇ ਮਾਰਨਾ ਚਾਹੁੰਦਾ ਸੀ, ਮੈਂ ਇੱਕ ਸਿਸਟਮ ਨੂੰ ਜੁੱਤੀ ਮਾਰੀ ਕਿ ਇਹ ਜੁੱਤੀ ਦਾ ਨਤੀਜਾ ਇਹ ਹੋਵੇ ਕਿ ਲੋਕ ਜਾਗਰੂਕ ਹੋਣ ਅਤੇ ਇਹਨਾਂ ਨੂੰ ਅਹਿਸਾਸ ਹੋਵੇ ਕਿ ਲੋਕਾਂ ਦੇ ਵਿੱਚ ਇਸ ਦਾ ਪ੍ਰਤੀਕਰਮ ਕੀ ਹੈ। ਐਬਸੋਲੂਟਲੀ, ਮੈਂ ਤਾਂ ਜਰਨੈਲ ਸਿੰਘ ਸਤਿਕਾਰ ਕਰਦੇ ਹਾਂ ਉਹਦਾ। ਇੱਥੇ ਆਏ ਸੀ, ਸਾਡੇ ਰੈਡੀਕਲ ਏਸੀ ਵੱਲੋਂ ਅਸੀਂ ਸਨਮਾਨਿਤ ਕੀਤਾ ਜੀ। ਇੱਥੋਂ ਤੱਕ ਕਿ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬੀ ਪ੍ਰੈਸ ਕਲੱਬ ਦੇ ਵਿੱਚ ਇੱਕ ਅਸੀਂ ਜਿਹੜਾ ਮਤਾ ਵੀ ਮੈਂ ਪੇਸ਼ ਕੀਤਾ ਸੀ, ਔਰ ਤੁਹਾਡੇ ਵਰਗੇ ਸੁਹਿਰਦ ਸਾਥੀਆਂ ਨੇ ਸਪੋਰਟ ਕੀਤੀ ਜੀ। ਜਦੋਂ ਜਰਨੈਲ ਸਿੰਘ ਨੂੰ ਅਖਬਾਰ 'ਚੋਂ ਕੱਢਿਆ ਗਿਆ ਇਸ ਕਾਰਵਾਈ ਤੋਂ ਬਾਅਦ ਜੀ, ਕਿ ਉਹਨਾਂ ਨੂੰ ਨੌਕਰੀ 'ਤੇ ਬਹਾਲ ਕੀਤਾ ਜਾਵੇ, ਬਿਲਕੁਲ ਅਸੀਂ ਖੜੇ ਉਹਨਾਂ ਦੇ ਨਾਲ ਅੱਜ ਵੀ। ਮੈਂ ਵੈਸੇ ਦੱਸਣਾ ਚਾਹੁੰਦਾ ਕਿ ਹਾਲ ਹੀ ਵਿੱਚ ਜਿਹੜਾ ਨਵਾਂ ਨਾਵਲ ਆਇਆ 1984 ਦੇ ਕਤਲੇਆਮ ਬਾਰੇ, ਉਹ ਲੋਕੀ ਜ਼ਰੂਰ ਲੈ ਕੇ ਪੜ੍ਹਨ। ਸੋ ਅੱਜ ਮੈਂ ਉਚੇਚੇ ਤੌਰ 'ਤੇ ਵੀ ਨਾਲ ਲੈ ਕੇ ਆਇਆ ਸੀ, ਸਟਿਲ ਬੌਰਨ ਸੀਜ਼ਨ। ਇਹ ਨਾਵਲ ਹੈ ਰਾਧਿਕਾ ਓਬਰਾਏ ਵੱਲੋਂ ਲਿਖਿਆ ਗਿਆ ਉਸਨੇ। ਇਹ ਰਾਧਿਕਾ ਓਬਰਾਏ ਇੱਕ ਜਰਨਲਿਸਟ ਹੈ। ਸੋ ਇਹ ਨਾਵਲ ਜਿਹੜਾ ਹੈ ਪੜ੍ਹਨ ਵਾਲਾ। ਇਸ ਦੀ ਕਹਾਣੀ ਜੇ ਤੁਸੀਂ ਧਿਆਨ ਨਾਲ ਪੜ੍ਹੋ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਬਹੁ ਗਿਣਤੀ ਦੇ ਵਿੱਚ ਇਹੋ ਜਿਹੇ ਲੋਕ ਵੀ ਸੀਗੇ ਜਿਹੜੇ 84 ਦੇ ਕਤਲੇਆਮ ਵੇਲੇ ਚਾਹੁੰਦੇ ਸੀ ਲੋਕਾਂ ਦਾ ਬਚਾਅ ਹੋਵੇ, ਪਰ ਉਹਨਾਂ ਦੀ ਪੇਸ਼ ਨਹੀਂ ਚੱਲੀ, ਚਾਹੇ ਉਹ ਪੁਲਿਸ ਵਿੱਚ ਸੀ ਚਾਹੇ ਆਮ ਲੋਕ ਸੀ। ਸੋ ਬਹੁ ਗਿਣਤੀਵਾਦ ਕਿੰਨਾ ਖਤਰਨਾਕ ਆ ਅੱਜ ਜੋ ਜਿਸ ਰੂਪ 'ਚ ਅਸੀਂ ਵੇਖ ਰਹੇ ਹਾਂ, ਉਹਨੂੰ ਜੇ ਸਮਝਣਾ ਹੈ ਤਾਂ 1984 ਦੀਆਂ ਘਟਨਾਵਾਂ ਨੂੰ ਸਮਝਣਾ ਬਹੁਤ ਲਾਜ਼ਮੀ ਹੈ। ਸੋ ਇਹ ਇੱਕ ਮਾਰਕੇ ਵਾਲਾ ਨਾਵਲ ਉਸਨੇ ਲਿਖਿਆ। ਬਹੁਤ ਖੂਬ ਜੀ। ਇਹ ਕਿਤਾਬਾਂ ਜਿਵੇਂ ਤੁਸੀਂ ਜ਼ਿਕਰ ਕੀਤਾ, ਅਸੀਂ ਇਸ ਗੱਲ ਦੇ ਸ਼ੁਕਰਗੁਜ਼ਾਰ ਹਾਂ ਕਿ ਇਹ ਜਿਹੜੀਆਂ ਅੱਜ ਦੇ ਸਮੇਂ ਨੂੰ ਬਿਆਨ ਕਰਦੀਆਂ, ਖਾਸ ਤੌਰ 'ਤੇ ਉਹਨਾਂ ਕਿਤਾਬਾਂ ਤੋਂ ਤੁਸੀਂ ਪਰਦਾ ਚੱਕਿਆ ਅਤੇ ਪਾਠਕਾਂ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ ਪੜ੍ਹਨ ਵਾਸਤੇ ਪ੍ਰੇਰਿਤ ਕੀਤਾ। ਅਤੇ ਜਿਵੇਂ ਆਪਾਂ ਜ਼ਿਕਰ ਆਖਰੀ ਗੱਲ ਦੇ ਵਿੱਚ ਕਰ ਰਹੇ ਸੀ ਕਿ 1 ਨਵੰਬਰ ਨੂੰ ਚਾਹੀਦਾ ਤਾਂ ਇਹ ਹੈ ਕਿ ਇਹ ਵਿਤਕਰਾ, ਇਹ ਭਾਵਨਾ ਛੱਡ ਕੇ ਚਾਹੀਦਾ ਕਿ ਮੌਜੂਦਾ ਸਮੇਂ ਜਿਹੜੀਆਂ ਚੁਣੌਤੀਆਂ ਆਈਆਂ ਉਹਨਾਂ ਬਾਰੇ ਜਿਹੜੇ ਲਿਖ ਰਹੇ ਨੇ, ਜਿਹੜੇ ਬੋਲ ਰਹੇ ਨੇ, ਉਹਨਾਂ ਨੂੰ ਬੋਲਣ ਦਿੱਤਾ ਜਾਵੇ। ਜੇ ਐਕਟਿਵਿਸਟ ਹੀ ਇਸ ਤਰ੍ਹਾਂ
ਉਹਨਾਂ ਦੀਆਂ ਜਿਹੜੀਆਂ ਦਾਇਰੇ ਜਾਂ ਉਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਵੀ ਇਹ ਕਰਨ ਲੱਗ ਗਈਆਂ ਤੇ ਹਕੂਮਤਾਂ ਤੋਂ ਤਾਂ ਪਹਿਲਾਂ ਹੀ ਆਸ ਨਹੀਂ। ਸੋ ਇਹ ਚੀਜ਼ ਬੜੀ ਗੌਰ ਕਰਨ ਵਾਲੀ ਹੈ। ਤੁਸੀਂ ਇਸ ਫੈਕਟ ਤੋਂ ਪਰਦਾ ਚੁੱਕਿਆ, ਇਹ ਬਹੁਤ ਹੀ ਮਹੱਤਵਪੂਰਨ ਗੱਲ ਕੀਤੀ ਹੈ। ਸੋ ਗੁਰਪ੍ਰੀਤ ਸਿੰਘ ਜੀ, ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਪੁਸਤਕ ਦਿਹਾੜੇ ਤੇ ਇਸ ਮੌਕੇ ਤੇ ਤੁਸੀਂ ਇਹਨਾਂ ਮਹੱਤਵਪੂਰਨ ਕਿਤਾਬਾਂ ਦਾ ਜ਼ਿਕਰ ਕੀਤਾ ਜਿਹੜੇ ਕਿ ਸਾਡੇ ਲਈ ਚਾਨਣ ਮੁਨਾਰਾ ਬਣ ਸਕਦੀਆਂ ਜੀ। ਬਹੁਤ ਸ਼ੁਕਰੀਆ ਜੀ ਮੰਚ ਮੁਹੱਈਆ ਕਰਨ ਲਈ। ਅਸੀਂ ਚਾਹੁੰਦੇ ਕਿ ਕਿਤਾਬਾਂ ਲੋਕਾਂ ਕੋਲ ਪਹੁੰਚਣ ਜੀ, ਪੜ੍ਹਨ, ਔਰ ਕਿੰਡਲ ਦੇ ਉੱਤੇ ਵੀ ਕਈ ਕਿਤਾਬਾਂ ਉਪਲਬਧ ਨੇ ਜੀ, ਆਡੀਓ ਬੁੱਕਸ ਦੇ ਰੂਪ ਵਿੱਚ ਵੀ। ਸੋ ਪੜ੍ਹਨ ਦੀ ਰੁਚੀ ਨਾ ਛੱਡਿਓ। ਬਿਲਕੁਲ ਜੀ। ਅਖੀਰ ਦੇ ਵਿੱਚ ਜਿਹੜੀਆਂ ਕਿਤਾਬ ਦਿਵਸ ਤੇ ਇਹ ਕੁਝ ਸਤਰਾਂ ਅਸੀਂ ਧਿਆਨ 'ਚ ਲਿਆਉਣੇ ਆ ਕਿ ਅੱਜ ਪਦਾਰਥਵਾਦ ਨੇ ਕੀਤੀ ਸੋਚ ਖਰਾਬ, ਐਆਸ਼ੀ ਵਿੱਚ ਆਦਮੀ ਬੈਠਾ ਛੱਡ ਕਿਤਾਬ। ਜਿਸ ਤਰ੍ਹਾਂ ਦੇ ਐਆਸ਼ੀ ਦੇ ਦੌਰ ਦੇ ਵਿੱਚ ਕਿਤਾਬ ਛੱਡ ਕੇ ਅਸੀਂ ਜਿਸ ਪਾਸੇ ਨੂੰ ਤੁਰ ਰਹੇ ਹਾਂ, ਆਓ ਵਾਪਸ ਪਰਤੀਏ। ਇਹ ਕਿਤਾਬਾਂ ਸਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੀਆਂ ਨੇ, ਸਾਨੂੰ ਸੇਧ ਦੇ ਰਹੀਆਂ ਨੇ, ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਤਾਂ ਕਿ ਅਸੀਂ ਇਹ ਗਿਆਨ ਦੀ ਜਿਹੜੀ ਜੋਤ ਹੈ ਇਹ ਜਗਦੀ ਰੱਖੀਏ। ਤੇ ਕਿਤਾਬਾਂ ਤੋਂ ਵੱਡਾ ਕੋਈ ਮਿੱਤਰ ਨਹੀਂ ਹੋ ਸਕਦਾ। ਇਹ ਹਰ ਪਲ ਹਰ ਘੜੀ ਤੁਹਾਡੇ ਨਾਲ ਨੇ ਤੇ ਇਹ ਗਿਆਨ ਹੀ ਹੈ ਜਿਹੜਾ ਵੰਡਿਆ ਵੱਧਦਾ। ਦੌਲਤ ਵੰਡਦੇ ਹੋ ਘਟਦੀ ਹੈ ਤੇ ਗਿਆਨ ਵੰਡਦੇ ਹੋ ਵੱਧਦਾ। ਸੋ ਇਹ ਪੰਜਾਬੀ ਦਿਵਸ ਵੀ ਸਾਡੇ ਲਈ ਇਹ ਮਹੱਤਵਪੂਰਨ ਹੈ ਕਿਉਂਕਿ ਪੰਜਾਬੀ ਦੀਆਂ ਸਾਹਿਤ ਰਚਨਾਵਾਂ ਵੀ ਬਹੁਤ ਸਾਰੀਆਂ ਸਾਡੀਆਂ ਸ਼ਾਮਲ ਨੇ। ਹੋਰ ਜਿਹੜੀ ਵੀ ਭਾਸ਼ਾ ਤੁਸੀਂ ਪੜ੍ਹਦੇ ਹੋ ਉਹਨਾਂ 'ਚ ਕਿਤਾਬਾਂ ਪੜ੍ਹੋ, ਇਹਨਾਂ ਕਿਤਾਬਾਂ ਤੋਂ ਚਾਨਣ ਲਓ। ਪੈਸੇ ਆਪਣੇ ਘਰਾਂ 'ਚ ਸਜਾਵਟਾਂ ਦੇ ਲਾਉਣ ਦੀ ਥਾਂ ਵੱਡੀਆਂ ਕੋਠੀਆਂ, ਵੱਡੀਆਂ ਕਾਰਾਂ ਜਾਂ ਐਸ਼ਪ੍ਰਸਤ ਦੇ ਸਮਾਨ ਇਕੱਠੇ ਕਰਨ ਦੀ ਥਾਂ 'ਤੇ ਕਿਤਾਬਾਂ ਵੱਲ ਨੂੰ ਤੁਰੀਏ ਕਿਉਂਕਿ ਜੇ ਕਿਤਾਬਾਂ ਨੇ ਤਾਂ ਹੀ ਕੋਈ ਅਰਥ ਹੈ। ਕਹਿੰਦੇ ਨੇ ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ। ਗਿਆਨ ਤੋਂ ਬਿਨਾਂ ਕੀਤੀਆਂ ਗੱਲਾਂ ਤਾਂ ਜਾਂ ਵੱਡੀਆਂ ਕੋਠੀਆਂ, ਕਾਰਾਂ, ਸਜਾਵਟਾਂ, ਸ਼ੈਲਫਾਂ ਦੇ ਵਿੱਚ ਪਈਆਂ ਹੋਰ ਚੀਜ਼ਾਂ ਜਾਂ ਬਾਰਾਂ, ਇਹ ਕਿਸੇ ਕੰਮ ਨਹੀਂ। ਕਿਤਾਬਾਂ ਜ਼ਰੂਰ ਹੋਣ, ਹਰ ਘਰ ਦੇ ਵਿੱਚ ਕਿਤਾਬ ਹੋਵੇ ਕਿਉਂਕਿ ਕਿਤਾਬ ਹੀ ਸਾਡੇ ਲਈ ਮਾਰਗਦਰਸ਼ਕ ਹੈ। ਸੋ ਆਪ ਸਾਰਿਆਂ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।